ਟਾਈਮ ਦਵਾ ਦਾਂਗੇ ਬਾਪੂ ਹਟ ਜਾ ਆ ਲੈ ਫੜੀ ਓਏ ਕਿੱਥੇ ਆਓ ਤੂੰ ਮੇਰਾ ਭਰਾ ਦੇਖ ਬਾਈ ਯਾਰ ਮੈਂ ਯਾਰ ਮੇਰੀ ਇਸ ਗੱਲ 'ਚ ਕੋਈ ਭਰਾਈ ਨਹੀਂ ਭਰਾ ਤੈਨੂੰ ਟਾਈਮ ਦਵਾ ਦਾਂਗੇ ਗੱਲ ਖਤਮ ਮੈਂ ਆ ਫੜੀ ਮੜਾ ਆ ਸਾਰੀ ਮੀਡੀਆ ਦੇਖੂ ਸਾਰੀ ਦੁਨੀਆ ਦੇਖੂਗੀ ਆ ਫੜੀ ਮੜਾ ਕਿੱਥੇ ਆਓ ਫੜੀ ਆਗਾ ਤੁਸੀਂ ਫੜ ਮੁੱਖ ਮੰਤਰੀ ਚਰਨਜੀਤ ਚੰਨੀ ਸਾਡੇ ਪੰਜਾਬ ਸਾਡੇ ਪਿੰਡ ਕੋਟਦਨੇ ਪਹੁੰਚ ਰਿਹਾ ਉਹੀ ਪਿੰਡਾਂ 'ਚ ਗੱਲ ਆ ਭਰਾਵੋ ਜਿਹੜੀ ਹਰ ਇੱਕ ਪਿੰਡ ਦੇ ਵਿੱਚ ਹੁੰਦੀ ਆ ਪੰਜਾਬ ਲਈ ਤੁਰੇ ਹੋਏ ਆ ਜਿੰਨੇ ਕੁ ਜੋਗਰੇ ਹੈਗੇ ਆ ਸਾਡੇ ਪਿੰਡ ਦੇ ਵਿੱਚ ਵੀ ਸਾਡੇ ਜਿਹੜੇ ਕਾਂਗਰਸੀ ਭਰਾ ਨੇ ਕਹਿੰਦੇ ਵੀ ਸਵਾਲ ਨਹੀਂ ਪੁੱਛਣੇ ਮੈਂ ਘੇਰ ਕੇ ਸਵਾਲ ਪੁੱਛੂੰਗਾ ਜਿਹੜੇ ਪੰਜਾਬ ਦੇ ਸਵਾਲ ਨੇ ਉਹ ਪੁੱਛੂੰਗਾ ਪਿੰਡਾਂ ਵਿੱਚ ਰਹਿਣਾ ਸਾਰੇ ਪਿੰਡ ਇਕੱਠ ਆਪਾਂ ਦਿਖਾ ਦੇ ਕਿਵੇਂ ਪੁਲਿਸ ਲੱਗੀ ਤੇ ਸਾਰਾ ਦਿਖਾ ਦੇ ਚਰਨਜੀਤ ਚੰਨੀ ਸਾਡੇ ਪਿੰਡ ਪਹੁੰਚ ਰਿਹਾ ਤੇ ਉਹੀ ਆ ਦਿਖਾ ਦੇ ਆ ਸਾਰੇ ਪਿੰਡ ਦੇ ਵਿੱਚ ਪਿੰਡ ਮਾਰੋ ਮੈਂ ਕਿਹਦਾ ਚਲਾਓ ਯਾਰ ਕਿੱਥੇ ਹੋ ਲੈਣ ਗਿਆ ਹੋ ਬਾਪ ਦਿਖਾ ਸਾਰਾ ਜਾ ਕਿਵੇਂ ਪੁਲਿਸ ਲੱਗੀ ਪਿਆ ਮੈਂ ਸਵਾਲ ਪੁੱਛਣੇ ਆ ਬੈਟਰੀ ਨਹੀਂ ਕਹਿੰਦਾ ਬੈਟਰੀ ਹੈ ਨਹੀਂ ਸਾਰੀਆਂ ਚੀਜ਼ਾਂ ਨੂੰ ਵੀ ਜਵਾਬ ਨਹੀਂ ਹੁੰਦੇ ਕੀ ਯਾਰ ਸਰਕਾਰਾਂ ਨੇ ਤਾਂ ਬੈਟਰੀ ਹੈ ਨਹੀਂ ਹੈ ਅੱਜ ਤੇਰੇ ਕੋਲ ਬੈਟਰੀ ਨਹੀਂ ਹੈ ਹੋਰ ਬੈਟਰੀ ਕਿੱਥੇ ਆ ਤਾਂ ਜਾ ਰਿਹਾ ਉਧਰ ਦਿਖਾ ਕਰੀ ਪਕਾ ਲਿਆ ਕੇ ਮੁੰਡੇ ਮੁਰੇ ਖੜਾ ਕੇ ਇੱਥੇ ਨਹੀਂ ਬਦਮਾਸ਼ੀ ਚੱਲਦੀ ਮੈਂ ਨਾ ਬਦਮਾਸ਼ਾਂ ਕੋਲ ਡਰਿਆ ਮਾਰਨਾ ਜਿਹੜਾ ਮਾਰੋ ਮੇਰੇ ਕੋਲ ਬੜੇ ਫੋਕੀ ਬਦਮਾਸ਼ੀ ਕਰਦੇ ਨੇ ਯਾਰ ਆਪਣੇ ਕਰਵਾ ਯਾਰ ਪ੍ਰਬੰਧ ਯਾਰ ਤੈਨੂੰ ਮੈਕ ਦਾ ਪ੍ਰਬੰਧ ਕਰ ਤੂੰ ਮੈਕ ਦਾ ਪ੍ਰਬੰਧ ਕਰਨਾ ਭਾਈ ਜਲਦੀ ਮੈਚ ਚਲਾ ਨੂੰ ਮੈਂ ਸਾਰਾ आपके फर्क मुख्तार लाइव चली जाता
ਉਹ ਕਿੱਥੇ ਦਾ ਰਿਹਾ ਉਹ ਲੈਣ ਗਿਆ ਜਾ ਗਿਆ ਫੜ ਕੇ ਉਹ ਆ ਗਿਆ ਉਹ ਜੱਟਾ ਪ੍ਰਧਾਨ ਨੂੰ ਪੁੱਛਿਆ ਹੋਵੇ ਇੱਥੇ ਜੱਟਾ ਪ੍ਰਧਾਨ ਨਾ ਬਾਹਰੋਂ ਲੈ ਕੇ ਆਇਆ ਕੋਈ ਫੰਡ ਅਸੀਂ ਦਿੱਤਾ ਫੰਡ ਪੈਸੇ ਦਾ ਬੱਚਾ ਆਪਣਾ ਜੱਟਾ ਜੁੰਟਾ ਪ੍ਰਧਾਨ ਅੱਜ ਕਿੱਥੇ ਕਿਸੇ ਦੀ ਪ੍ਰਧਾਨਗੀ ਚੱਲੂਗੀ ਹਾਂ ਉਹ ਲੈਣ ਦਾ ਫੜ ਕੇ ਉੱਤੇ ਕਹਿੰਦਾ ਮੈਂ ਜੂਨੀਅਰ ਨੂੰ ਫੋਨ ਕਰਦਾ ਕਿਤੇ ਕਹਿੰਦਾ ਉਹਨੂੰ ਫੋਨ ਕਰਦਾ ਦੇਖ ਰਿਹਾ ਤੇਰੀ ਪ੍ਰਧਾਨਗੀ ਇਸ ਤੋਂ ਬਾਅਦ ਕਿਵੇਂ ਚੱਲਦੀ ਹੈ ਨਾਲੇ ਦੁਨੀਆ ਮੈਂ ਅੱਜ ਤੱਕ 20-50 ਹਜ਼ਾਰ ਨੂੰ ਮੈਂ ਕਦੇ ਨਹੀਂ ਜਵਾਬ ਦਿੱਤਾ ਮੇਰਾ ਆਪਦਾ ਪਿੰਡ ਆ ਯਾਰ ਮੈਂ ਮਰਨ ਮਿਟਣ ਨੂੰ ਤਿਆਰ ਆ ਮੈਂ ਸਰਪੰਚ ਕਿਹੜਾ ਹੋਣਾ ਪਿੰਡ 'ਚ ਐਮਐਲਏ ਟਿਕਟ ਮੈਨੂੰ ਮਿਲਦੀ ਸੀਗੀ ਗੱਲਾਂ ਮਾਰਦੇ ਨੇ ਆਪਦੀ ਇਹ ਪ੍ਰਧਾਨ ਕਿਉਂ ਕਿਹੜਾ ਮਚੌਧਰੀ ਨੇ ਪਿੰਡਾਂ ਨਾਲ ਦੀ ਲਾ ਜੰਮੀ ਆ ਮੈਂ ਕਿਹਾ ਦੂਜਾ ਬਣਾਉਂਦਾ ਹੈ ਯਾਰ ਉਹ ਇਹ ਕਿਹੜੀ ਪ੍ਰਧਾਨ ਛੱਡਦੇ ਫਿਰ ਪ੍ਰਧਾਨਗੀ ਨਹੀਂ ਹੁੰਦੀ ਨਹੀਂ ਜੁੱਟ ਨਹੀਂ ਹੈਗੀ ਤੇਰੇ 'ਚ ਗੁਰੂਦਾਰਾ ਪਿੰਡ ਖਿਲਾਫ ਹੋਣਾ ਸੱਚ ਤੇ ਰਵਾਂਗੇ ਚਾਹੇ ਮਰ ਜੀਏ ਸਾਰਾ ਜੋ ਮਰਜ਼ੀ ਹੋ ਜਾਏ ਜਿਹੜਾ ਬੰਦਾ ਨਹੀਂ ਤਾਂ ਬਾਈਕਾਟ ਹੈ ਆ ਸਰਪੰਚ ਨਾਲ ਬਥੇਰੀ ਬਣਦੀ ਸੀਗੀ ਜੇ ਸਰਪੰਚ ਨੇ ਨਹੀਂ ਗੱਲ ਮੰਨੀ ਤਾਂ ਬਾਈਕਾਟ ਹੈ ਬਸ ਗੱਲ ਖਤਮ ਹੈ ਦੁਨੀਆ ਨਾਲ ਲੋੜ ਹੁੰਦੀ ਮੈਂ ਕੈਂਟਰ ਤੇ ਮੈਂ 50,000 ਚੱਕੋ ਯਾਰ ਮੇਰੇ ਤੋਂ ਜਿੰਨਾ ਮਰਜ਼ੀ ਮੈਂ ਹੋਰ ਜਿਹੜੇ ਚੱਕਾਂ ਵੀ ਜਿਹੜਾ ਜਿੰਨੇ ਜੋਗਰਾ ਮੈਂ ਖੜਾ ਯਾਰ ਜਿਵੇਂ ਕਿ ਮੈਨੂੰ ਨਹੀਂ ਅਗਰਾਂ ਜਥੇਬੰਦੀ ਪ੍ਰਦਾਨ ਕਰੇ ਮੈਂ ਕਿਤੇ ਵੀ ਇਹ ਪਿੰਡ 'ਚ ਮੈਨੂੰ ਕਾਦੀਆਂ ਵਾਲੇ ਕਹਿੰਦੇ ਮੈਂ ਕਿਹਾ ਨਾ ਸਾਡੇ ਪਿੰਡ ਦੇ ਵਿੱਚ ਹੋਰ ਜਥੇਬੰਦੀ ਨਹੀਂ ਇੱਕੋ ਹੀ ਰਹੂਗੀ ਤਾਂ ਇੱਕ ਹੀ ਰਹੇਗੀ ਲਾਈਵ ਚੱਲੀ ਆ ਸਾਰੀ ਗੱਲ ਇੱਥੇ ਕੋਰਟ ਨਾਲ ਗੱਲ ਸੁਣ ਲਓ ਮੇਰੇ ਧਿਆਨ ਨਾਲ ਉਸ ਵਾਹਿਗੁਰੂ ਨੂੰ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਰੱਖ ਕੇ ਕਹਿਣਾ ਨਾ ਅੱਜ ਤੱਕ ਕਿਸੇ ਦੀ ਚਮਚਾਗਿਰੀ ਕਰੀ ਹੈ ਤੇ ਨਾ ਕਰਨੀ ਹੈ ਨਾ ਕਿਸੇ ਚਮਚਾਗਿਰੀ ਕਰੀ ਹੈ ਤੇ ਨਾ ਕਰਨੀ ਹੈ ਜਿੱਥੇ ਗੱਲ ਲੋਕਾਂ ਦੀ ਹੈ ਜਿੱਥੇ ਗੱਲ ਪੰਜਾਬ ਦੀ ਹੈ ਜਿੱਥੇ ਗੱਲ ਆਪਦੇ ਲੋਕਾਂ ਦੀ ਹੈ ਉੱਥੇ ਲੋਕਾਂ ਨਾਲ ਹੀ ਖੜਿਆ ਮੈਨੂੰ ਇੱਕ ਵੀ ਗੱਲ ਦੱਸ ਦਿਓ ਇੱਥੇ ਕੋਰਟ ਨੂੰ ਕੋਈ ਬੰਦਾ ਜਿਹੜਾ ਚਰਨਜੀਤ ਚੰਨੀ ਦੀ ਚਮਚਾਗਿਰੀ ਕਰੀ ਜਾਂਦਾ ਵੀ ਚਰਨਜੀਤ ਚੰਨੀ ਆ ਰਿਹਾ ਕੋਈ ਕੋਰਟ ਦਾ ਬੰਦਾ ਚਰਨਜੀਤ ਚੰਨੀ ਦੇ ਉੱਤੇ ਜਾ ਕੇ ਸੀਐਮ ਨੂੰ ਜਾ ਕੇ ਮਿਲਿਆ ਦੱਸੋ ਮੈਨੂੰ ਤਾਂ ਮੇਰਾ ਤੁਹਾਡਾ ਮੁੰਡਾ ਪਿੰਡ ਦਾ ਮੁੰਡਾ ਭਾਨਾ ਸਿੱਧੂ ਮਿਲਿਆ ਜਿਹੜਾ ਮਿਲਿਆ ਜਿੱਦਾਂ ਮਰਜ਼ੀ ਕੋਈ ਲੀਡਰ ਹੋਵੇ ਉਹ ਨਹੀਂ ਮਿਲ ਸਕਦਾ ਗੱਲ ਜਿੱਥੇ ਪੰਜਾਬ ਦੀ ਆ ਜਿੱਥੇ ਲੋਕਾਂ ਦੀ ਆ ਮੇਰੇ ਭਰਾ ਨੇ ਦੋ ਸਭ ਤੋਂ ਵੱਧ ਇੱਜ਼ਤ ਕਰਦਾ ਮੈਂ ਆ ਬਿੰਦਰ ਮਾਨ ਤੇ ਕਿੰਦੇ ਦੀ ਸਰਪੰਚ ਨੇ ਲਿਆਤਾ ਇਹਨਾਂ ਨੂੰ ਕਿੰਦੇ ਤੇਰਾ ਪਿਆਰ ਆ ਕਿੰਨਾ ਸਤਿਕਾਰ ਤੂੰ ਮੇਰੀ ਮਾਸੀ ਦਾ ਮੁੰਡਾ ਬਿੰਦਰਾ ਆ ਹੱਥ 'ਚ ਚਾਹ ਫੜੀ ਕਰਾਂ ਵਾਹਿਗੁਰੂ ਨੂੰ ਜਾਣ ਕੇ ਕਹਿਣਾ ਮੈਂ ਮਰਨ ਮਿਟਣ ਨੂੰ ਤਿਆਰ ਆ ਜਿਹਨੇ ਮੇਰਾ ਜੋ ਕਰਨਾ ਕਰ ਲੋ ਸਰਪੰਚ ਨੇ ਕੀ ਕਰਾਂ ਧੱਕੇ ਨਾਲ ਲਿਆ ਕੇ ਮੈਨੂੰ ਧੱਕੇ ਮਰਵਾਏ ਨੇ ਹੁਣ ਇਹਨੇ ਸਰਪੰਚ ਨੇ ਗੱਲ ਯਾਦ ਰੱਖੀ ਸਰ ਪਿਆ ਤੇਰੇ ਨਾਲ ਅੱਜ ਤੱਕ ਖੜਾ ਰਿਹਾ ਤੇਰੇ ਨਾਲ ਜਾਣ ਦੀ ਬਾਜੀ ਦਿੰਦਾ ਰਿਹਾ ਪਰ ਜਿੱਥੇ ਗੱਲ ਪਿੰਡ ਦੀ ਆ ਗਈ ਮੇਰਾ ਰਮਦਾਸੀਆ ਮੇਰਾ ਮਜਬੀ ਸਿੱਖ ਮੇਰਾ ਸਾਰਾ ਮੇਰਾ ਆਪਦਾ ਭਾਈਚਾਰਾ ਮੈਂ ਕਹਿਣਾ ਜਿੰਨੇ ਜੋਗਰਾ ਮੈਂ ਕੋਈ ਵੀ ਪਿੰਡ ਦਾ ਬੰਦਾ ਬਿਮਾਰ ਹੁੰਦਾ ਕੋਈ ਵੀ ਹੁੰਦਾ 5 ਤੋਂ 10,000 ਰੁਪਏ ਮਤਲਬ ਜਦੋਂ ਮਰਜ਼ੀ ਆ ਕੇ ਫੜ ਕੇ ਲੈ ਜਾਓ ਕੋਈ ਪਿੰਡ ਦਾ ਬੰਦਾ ਇਲਾਜ ਕਰਨੋਂ ਬੰਦ ਨਾ ਰਹੇ ਜੇ ਮੈਨੂੰ ਅੱਜ ਰੱਬ ਨੇ ਦਿੱਤਾ ਤਾਂ ਮੈਂ ਲੋਕਾਂ ਦੇ ਲਈ ਪਿੱਛੇ ਨਹੀਂ ਹਟੂੰਗਾ ਇਹ ਗੱਲਾਂ ਕਰਦੇ ਨੇ ਸਾਨੂੰ ਆਫਤ ਦੇ ਵਿੱਚ ਵੰਡਣ ਦੀਆਂ ਪੰਜਾਬ ਪੁਲਿਸ ਵਾਲੇ ਮੈਂ ਵੀਰਾਂ ਨੂੰ ਪੁੱਛਣਾ ਚਾਹੁੰਦਾ 300 ਜਿਹੜਾ ਜਾਲੀ ਭਰਤੀ ਵਾਲਾ ਮੁੱਦਾ ਸੀ ਕਿਹਨੇ ਉਠਾਇਆ ਸੀਗਾ ਮੈਂ ਤੇ ਲੱਖੇ ਨੇ ਉਠਾਇਆ ਸੀਗਾ ਪੰਜਾਬ ਪੁਲਿਸ ਵਾਲੇ ਤੁਸੀਂ ਸਾਡੇ ਹੋ ਆਪਣੇ ਹੋ ਬਾਹਰਲੀਆਂ ਭਰਤੀਆਂ ਲੀਡਰ ਕਰਨ ਲਿਆ ਕੇ ਤੇ ਲੜੀਏ ਅਸੀਂ ਪੰਜਾਬ ਲਈ ਅਸੀਂ ਲੜੀਏ ਅਸੀਂ ਮਰਨ ਨੂੰ ਤਿਆਰ ਆ ਪੰਜਾਬ ਲਈ ਯਾਰ ਅਸੀਂ ਮੈਂ ਗੱਲ ਕਰਦਾ ਸਤਿਕਾਰ ਦਾ ਤੁਹਾਡਾ ਮੈਂ ਬਹੁਤ ਸਤਿਕਾਰ ਕਰਦਾ ਇੱਥੇ ਹੀ ਗੱਲ ਹੋਊਗੀ ਜਿਹੜੀ ਹੋਊਗੀ ਚਾਹੇ ਮੈਨੂੰ ਫੜ ਕੇ ਲੈ ਜਾਓ ਪਿੰਡ ਦੇ ਵਿੱਚੋਂ ਗੱਲਾਂ ਦੋ ਨਹੀਂ ਆ ਜਿਹੜੀ ਗੱਲ ਹੋ ਪਿੰਡ ਦੇ ਸਾਹਮਣੇ ਗੱਲ ਹੋ ਐ ਨਹੀਂ ਹੋਣਾ ਵੀ ਮੈਂ ਪਿੱਛੇ ਜਾ ਕੇ ਤੁਹਾਡੇ ਨਾਲ ਕੋਈ ਗੱਲ ਕਰ ਲੂੰਗਾ ਨਾ ਜੀ ਮਸਲਾ ਇਹ ਸਵਾਲ ਪੁੱਛਾਂਗੇ ਜੀ ਸਵਾਲ ਅਸੀਂ ਚੰਨੀ ਸਾਹਿਬ ਨੂੰ ਪੁੱਛਾਂਗੇ ਮੈਂ ਮਿਲਣ ਗਿਆ ਸੀਗਾ ਸਾਡਾ ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਜਿਹੜੀ 36,000 ਨੌਕਰੀ ਦਾ ਵਾਅਦਾ ਕੀਤਾ ਸੀਗਾ ਉਹ ਪੱਕੀ ਕਿਉਂ ਨਹੀਂ ਕੀਤੀ ਫਲੈਕਸ ਬੋਰਡਾਂ ਤੇ ਕਢਾ ਕੇ ਲਾਤੀ ਉਹਦਾ ਕਿਉਂ ਨਹੀਂ ਨੋਟੀਫਿਕੇਸ਼ਨ ਜਾਰੀ ਕਰਿਆ ਇਹ ਕਹਿੰਦੇ ਫਾਈਲ ਕਹਿੰਦੇ ਵੀ ਗ੍ਰਹਿ ਮੰਤਰੀ ਨੇ ਉਹ ਕਰੀ ਆ ਹਾਂ ਕੱਟ ਮੇਰਾ ਪਿੰਡ ਆ ਜੀ ਮੇਰਾ ਮਾਹੌਲ ਅਸੀਂ ਬਿਲਕੁਲ ਨਹੀਂ ਖਰਾਬ ਕਰਦੇ ਕਾਹਦਾ ਮਾਹੌਲ ਖਰਾਬ ਕਰਦੇ ਜਦੋਂ ਦਾ ਇਹ ਰੈਲੀਆਂ ਕਰਦੇ ਨੇਗੇ ਚੰਨੀ ਸਾਹਿਬ ਆ ਰਹੇ ਨੇ ਇਹ ਕਾਹਦਾ ਮਾਹੌਲ ਅਸੀਂ ਕਾਹਦਾ ਮਾਹੌਲ ਖਰਾਬ ਕਰਦੇ ਅਸੀਂ ਬਿਲਕੁਲ ਕੋਈ ਮਾਹੌਲ ਨਹੀਂ ਖਰਾਬ ਕਰ ਰਹੇ ਅਸੀਂ ਕੋਈ ਮਾਹੌਲ ਖਰਾਬ ਨਹੀਂ ਕਰ ਰਹੇ ਸਾਡਾ ਫਰਜ਼ ਹੈ ਅਸੀਂ ਇੱਥੇ ਕਰਕੇ ਸਵਾਲ ਪੁੱਛਾਂਗੇ ਚਲੋ ਚੰਨੀ ਸਾਹਿਬ ਆਏ ਨੇ ਜਿਹੜਾ ਲੋਕਾਂ ਦਾ ਇਕੱਠ ਹੋਇਆ ਸਰਕਾਰਾਂ ਦਾ ਇੱਥੇ ਪਿੱਛੇ ਜਿਹੜਾ ਮੇਰਾ ਹੱਕ ਆ ਸਾਡਾ
ਬਸ ਬਾਈ ਜਿਹੜਾ ਮੇਰੇ ਨਾਲ ਖੜੇ ਨੇ ਹੱਥ ਖੜੇ ਕਰ ਦੋ ਯਾਰ। ਚੱਲੀ ਸਰਕਾਰ, ਚੱਲੀ ਸਰਕਾਰ, ਚੱਲੀ ਸਰਕਾਰ, ਚੱਲੀ ਸਰਕਾਰ, ਚੱਲੀ ਸਰਕਾਰ, ਚੱਲੀ ਸਰਕਾਰ। ਝੂਠੇ ਲਾਰੇ ਝੂਠੇ ਵਾਅਦੇ ਕਰਨ ਵਾਲਾ ਚੰਨੀ। ਅਸੀਂ ਗਏ ਸੀਗੇ, ਗੱਲ ਸੁਣੋ ਬਾਈ ਜੀ, ਤੁਸੀਂ ਪੁਲਿਸ ਦੇ ਵਿੱਚ 1 ਮਿੰਟ ਬਾਈ ਗੱਲ ਸੁਣ ਲਾ। ਤੁਹਾਡੇ ਜਿਹੜੇ ਜਾਲੀ ਭਰਤੀ ਹੋਏ ਜਿੰਨੇ ਮੇਰੇ ਕੋਲੇ ਮੁੰਡੇ ਆਉਂਦੇ ਰਹੇ ਨੇ, ਮੇਰੀ ਗੱਲ ਸੁਣ ਲੈ ਵੀਰੇ, ਪਹਿਲਾਂ ਮੇਰੀ ਵੀ ਸੁਣ ਲੈ, ਪਹਿਲਾਂ ਮੇਰੀ ਸੁਣ ਲੈ। ਜਿੰਨੀਆਂ ਜਾਲੀ ਭਰਤੀਆਂ ਹੋਈਆਂ ਸੀਗੀਆਂ ਉਹਦੇ ਲਈ ਅਸੀਂ ਜਾ ਕੇ ਲੜਿਆ ਨਾ, ਅਸੀਂ ਜਾ ਕੇ ਖੜੇ ਆ ਨਾ ਬਾਈ। ਤੁਹਾਡੇ ਪੰਜਾਬ ਲਈ ਪੁਲਿਸ ਲਈ ਖੜੇ ਨਹੀਂ ਅਸੀਂ ਜਾ ਕੇ ਬਾਈ। ਫਿਰ ਤੁਸੀਂ ਸਾਡੇ ਤੇ ਐਵੇਂ ਕੀ ਕਰਦੇ ਹੋ? ਤੁਹਾਡਾ ਤਰੀਕੇ ਨਾਲ ਪੁੱਛਾਂਗੇ ਜੀ, ਅਸੀਂ ਕਿਹੜਾ ਕੋਈ ਗਲਤ ਵਾਰਡਿੰਗ। ਇਹ ਤਾਂ ਪਿੰਡ ਆ ਜੀ, ਤਾਂ ਪਿੰਡ ਜੇ ਚੰਨੀ ਆਉਂਦਾ ਤਾਂ ਪਿੰਡ ਦਾ ਫਿਰ ਵੀ ਇਕੱਠਾ ਹੋਣਾ ਸੀਗਾ ਜੀ। ਮੈਂ ਕਿਸੇ ਪਾਰਟੀ ਨਾਲ ਨਹੀਂ ਬਾਈ, ਨਾ ਮੈਂ ਆਮ ਆਦਮੀ ਪਾਰਟੀ ਨਾਲ, ਮੈਂ ਝਾੜੂ ਨਾਲ, ਨਾ ਮੈਂ ਅਕਾਲੀ ਨਾਲ, ਮੈਂ ਕਿਸੇ ਪਾਰਟੀ ਨਾਲ ਨਹੀਂ ਹੈਗਾ ਬਾਈ ਜੀ। ਸਤਿ ਸ੍ਰੀ ਅਕਾਲ। ਦੇਖੋ ਤੁਸੀਂ ਮੇਰੇ ਵੱਡੇ ਭਰਾ ਹੋ, ਕਿਤੇ ਮੈंने ਸੁਣਿਆ ਕਿਤੇ ਕੁਝ ਨਹੀਂ। ਮੈਂ ਦੇਖੋ ਜੀ ਗੱਲ ਸੁਣੋ, ਤੁਸੀਂ ਬਹੁਤ ਸਤਿਕਾਰ ਆ। ਜਿਹੜੀ ਗੱਲ ਇੱਥੇ ਤੈਨੂੰ ਦੱਸ ਲੋਕਾਂ ਦੇ ਸਾਹਮਣੇ, ਮੈਂ ਜਿਹੜੀ ਲੋਕਾਂ ਦੇ ਵਿੱਚ ਗੱਲ ਆ, ਮੈਂ ਲੋਕਾਂ ਦੀ ਗੱਲ ਮੰਨਦਾ। ਲੋਕਾਂ ਨੇ ਮੈਨੂੰ ਥੋੜਾ ਮੋਟਾ ਕੁਝ ਫਤਵਾ ਦਿੱਤਾ ਜੀ, ਇੱਥੇ ਦੱਸ। ਮੈਂ ਪਿੱਛੇ ਜਾ ਕੇ ਗੱਲ ਨਹੀਂ ਕਰੂੰ। ਮੈਂ ਸਵਾਲ ਜਿਹੜੇ ਪੁੱਛਣੇ ਮੈਂ ਪੁੱਛੂੰਗਾ, ਸਾਡਾ ਅਧਿਕਾਰ ਹੈ। ਅਸੀਂ ਚੰਨੀ ਨੂੰ ਮੈਂ ਉੱਥੇ ਵੀ ਜਾ ਕੇ ਮਿਲ ਕੇ ਆਇਆ। ਮੈਂ ਮੇਰੇ ਪਿੰਡ ਵਾਲਿਆਂ ਨੂੰ ਵੀ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕਰਦਾ ਵੀ ਤੁਸੀਂ ਤਾਂ ਕਿਤੇ ਪਿੰਡ ਵਾਲੇ ਚੰਨੀ ਕੋਲੇ ਗਏ ਵੀ ਨਹੀਂ ਹੋਣੇ। ਮੈਂ ਜਾ ਕੇ, ਮੈਂ ਤੇ ਲੱਖਾਂ ਸਵਾਲ ਕਰਕੇ ਆਇਆ, ਅਸੀਂ ਪੁੱਛ ਕੇ ਆਏ ਆ। ਕਹਾਂ ਧਰਮ ਹੈ, ਕਹਾਂ ਗਰਵਾਜ। ਮੈਨੂੰ ਇਹ ਗੱਲ ਦੱਸ ਦਿਓ ਜੀ ਕਿ ਮੈਨੂੰ ਇੱਕ ਗੱਲ ਦੱਸ ਦਿਓ ਜੀ ਵੀ ਲੀਡਰ ਆਪਣੇ ਨਾਲ ਝੂਠੇ ਲਾਰੇ ਲਾਉਂਦੇ ਨਹੀਂਗੇ। ਝੂਠੇ ਜੇ ਮੈਂ ਤੁਹਾਡਾ ਬੱਚਾ ਨਹੀਂ ਹੈਗਾ ਆਪਦਾ, ਮੈਂ ਤੁਹਾਨੂੰ ਇੱਕ ਗੱਲ ਪੁੱਛਦਾ ਜੀ, ਜੇ ਆਪਣੇ ਸੁਧਾਰ ਹੋ ਜੇ, ਮੈਂ ਤੁਹਾਡਾ ਆਪਣਾ ਬੱਚਾ, ਆਪਾਂ ਨੂੰ ਝੂਠੇ ਲਾਰੇ ਝੂਠੇ ਵਾਅਦੇ ਲਾਏ ਨਹੀਂ ਜਾਂਦੇ। ਨਹੀਂ ਮੈਂ ਤੁਹਾਡਾ ਬੱਚਾ, 1 ਮਿੰਟ, ਤੁਸੀਂ ਮੇਰੇ ਤੇ ਹੋ ਸਕਦਾ ਤੁਸੀਂ ਮੇਰੇ ਤੇ ਇਸ ਤੋਂ ਬਾਅਦ ਕੋਈ ਪਰਚਾ ਹੀ ਪਾਓ। ਮੇਰੀ ਗੱਲ ਸੁਣ ਲਓ, ਮੈਨੂੰ ਇੱਕ ਗੱਲ ਦੱਸ ਦਿਓ ਵੀ ਆਪਣੇ ਲੋਕਾਂ ਨਾਲ ਝੂਠੇ ਲਾਰੇ ਝੂਠੇ ਵਾਅਦੇ ਨਹੀਂ ਲਾਉਂਦੇ ਜੀ ਇਹ, ਫਿਰ ਜੀ ਕਿਉਂ ਡਰਾਮੇ ਕੀਤੇ ਜਾਂਦੇ? ਆਪਣਾ ਪੰਜਾਬ ਸੁਧਰ ਜੂਗਾ ਜੀ। ਮੇਰੀ ਗੱਲ ਸੁਣ ਲਓ, ਜਿੱਦਣ ਮੈਨੂੰ ਕੋਈ ਮੈਂ ਗਲਤੀ ਕਰੂੰ, ਮੈਨੂੰ ਚਾਹੇ ਘੜੀਸ ਕੇ ਲੈ ਜਾਓ ਫੜ ਕੇ। ਦੇਖੋ ਜੀ, ਜੇ ਮੇਰੀ ਗੱਲ ਸੁਣੋ ਸ਼੍ਰੀਮਾਨ ਜੀ, ਜੇ ਹੁਣ ਲੋਕਾਂ 'ਚ ਕਿਵੇਂ ਜਾਗਰੂਕਤਾ ਲੈ ਕੇ ਜਾਈਏ, ਕਿਵੇਂ ਲੋਕਾਂ ਨੂੰ ਜਗਾਈਏ? ਲੋਕਾਂ ਨੂੰ ਅਸੀਂ ਤਾਂ ਦੱਸਦੇ ਆਂ ਵੀ ਭਾਈ ਅਸੀਂ ਆਹ ਕੰਮਾਂ ਨੂੰ ਜਾ ਕੇ ਆਏ ਆ, ਆਹ ਜਿਹੜੀਆਂ ਸਾਡੀਆਂ ਗੱਲਾਂ ਨੇ ਉਹਨਾਂ ਨੇ ਨਹੀਂ ਮੰਨੀਆਂ। ਸ਼੍ਰੀਮਾਨ ਜੀ ਗੱਲ ਇਹ ਹੈ, ਤੁਸੀਂ ਵੀ ਤਾਂ ਦੇਖੋ ਮੇਰੀ ਗੱਲ ਸੁਣੋ, ਜਿਨ੍ਹਾਂ ਨੇ ਵੀ ਅੱਜ ਤੱਕ ਸੱਚ ਦੇ ਰਸਤੇ ਤੇ ਚੱਲੇ ਨੇਗੇ, ਉਹਨਾਂ ਨੂੰ ਜੇਲਾਂ ਵੀ ਕੱਟਣੀਆਂ ਪਈਆਂ, ਉਹਨਾਂ ਦੇ ਗਲਾਂ 'ਚ ਫਾਂਸੀਆਂ ਦੇ ਰੱਸੇ ਵੀ ਪਏ, ਸਾਰਾ ਕੁਝ ਹੋਇਆ। ਜੇ ਸੱਚ ਆ ਤਾਂ ਸੱਚ ਲਈ ਖੜਨਾ ਤਾਂ ਸਾਰਾ ਕੁਝ ਕਰਨਾ ਪੈਂਦਾ। ਪਹਿਲਾਂ ਮਰਨਾ ਕਬੂਲਣਾ ਪੈਂਦਾ। ਠੀਕ ਹੈ, ਪਤਾ ਵੀ ਮੇਰੇ ਤੇ ਹੋ ਸਕਦਾ ਕੁਝ ਹੋ ਜਾਣ ਦੇ, ਮੇਰੇ ਤੇ ਕੋਈ ਪਰਚਾ ਕਰ ਸਕਦਾ, ਕੁਝ ਵੀ ਕਰਨਾ ਕਰ ਦੋ, ਮੈਨੂੰ ਕੋਈ ਚੱਕਰ ਨਹੀਂ ਹੈਗਾ। ਪਰ ਜੇ ਮੈਂ ਸੱਚਾ ਤਾਂ, ਜੇ ਤੁਹਾਡੇ ਅੰਦਰ ਸੱਚ ਹੈ, ਜੇ ਤੁਹਾਡੇ ਅੰਦਰ ਇਨਸਾਨੀਅਤ ਹੈ, ਜੇ ਲੀਡਰਾਂ ਨੇ ਨਹੀਂ ਕਰਪਟ ਦੇ, ਇਹਨਾਂ ਨੇ ਸਾਡਾ ਪੰਜਾਬ ਨਹੀਂ ਐਵੇਂ ਕੀਤਾ ਤਾਂ ਮੈਨੂੰ ਜਵਾਬ ਦੇ। ਪੁੱਛ ਬਟਈਆ ਸ਼੍ਰੀਮਾਨ ਜੀ ਕਿਉਂ ਨਹੀਂ ਠੀਕ ਹੈਗਾ ਜੀ? ਮੈਂ ਛੋਟਾ ਬੱਚਾ, ਮੈਂ ਇਹਨਾਂ ਦਾ ਛੋਟਾ ਭਰਾ ਹਾਂ। ਮੈਂ ਇਹਨਾਂ ਨੂੰ ਦੇਖ ਲਓ, ਆਹ ਸਰ ਖੜੇ ਨੇ, ਮੈਂ ਇਹਨਾਂ ਨੂੰ ਬਹੁਤ ਵਾਰੀ ਜਾ ਕੇ ਮਿਲਿਆ। ਮੇਰੀ ਗੱਲ ਸੁਣ ਲਓ, ਮੈਨੂੰ ਇਹ ਮਾਣ ਸਤਿਕਾਰ ਵੀ ਦਿੰਦੇ ਨੇਗੇ, ਪਰ ਮੈਨੂੰ ਇਹ ਗੱਲ ਦੱਸ ਦਿਓ, ਇਹ ਮੈਨੂੰ ਇੰਨਾ ਜਿਹਨੇ ਉਹਦਾ ਛੋਟਾ ਭਰਾ ਸਮਝਦੇ ਨੇਗੇ। ਜਿੰਨੇ ਵਾਰੀ ਮੈਂ ਇਹਨਾਂ ਨੂੰ ਮਿਲਿਆ, ਮਾਣ ਸਤਿਕਾਰ ਵੀ ਦਿੱਤਾ, ਪਰ ਇੱਕ ਗੱਲ ਵੀ ਦੱਸ ਦਿਓ, ਤੁਹਾਡਾ ਜਿਹੜਾ ਪੰਜਾਬ ਆ ਉਹ ਕਿੱਥੇ ਖੜਾ? ਮੈਂ ਤੁਹਾਨੂੰ ਸਵਾਲ ਪੁੱਛਣਾ ਚਾਹਣਾ ਕਿ 1 ਮਿੰਟ ਨਹੀਂ, ਫਿਰ ਤੁਸੀਂ ਹੁਣ ਮੇਰੇ ਤੇ ਆਏ ਹੋ ਨਾ ਜੀ। ਜੇ ਆਪਾਂ ਸਾਰੇ ਜਾਣੇ ਬੋਲਣ ਲੱਗ ਜਾਈਏ ਬਾਈ, ਜੇ ਆਪਾਂ ਸਾਰੇ ਜਾਣੇ ਸੱਚ ਲਈ ਬੋਲਣ ਲੱਗ ਜਾਈਏ ਤਾਂ ਆਪਣਾ ਪੰਜਾਬ ਸੁਧਰ ਸਕਦਾ। ਆਪਣੇ ਹਰ ਇੱਕ ਆਪਣੇ ਕੋਲ ਹੁਣ ਵੋਟਾਂ ਦੇ ਟਾਈਮ ਸਾਰੇ ਝੂਠੇ ਲਾਰੇ ਝੂਠੇ ਵਾਅਦੇ ਕਰਕੇ ਜਾਣਗੇ। ਹੁਣ ਇੱਥੇ ਕਿਉਂ ਫਿਰ ਝੂਠੇ ਸੱਚੀ ਗੱਲ ਕਹਿ ਦੇਣ, ਇੱਕ ਗੱਲ ਕਹਿ ਦੇਣ ਵੀ ਅਸੀਂ ਤਾਂ ਪੰਜਾਬ ਦਾ ਨਹੀਂ ਹੱਲ ਕਰ ਸਕਦੇ, ਫਿਰ ਕਿਉਂ ਜੀ 36000 ਨੌਕਰੀ ਵਾਲਾ ਵਾਅਦਾ ਲਾਇਆ? ਕਿਉਂ ਕਿਹਾ ਅਸੀਂ ਨਰਮੇ ਦਾ ਮੁਆਵਜ਼ਾ ਦੇਵਾਂਗੇ? ਸਿੱਧਾ ਕਹਿੰਦੇ ਵੀ ਪੰਜਾਬ ਦੇ ਖਾਤੇ 'ਚ ਭਾਈ ਪੈਸਾ ਨਹੀਂ, ਪੰਜਾਬ ਦਾ ਖਜ਼ਾਨਾ ਖਾਲੀ ਆ, ਅਸੀਂ ਨਹੀਂ ਦਿੰਦੇ। ਸਵਾਲ ਪੁੱਛਣ ਦਾ ਵੀ ਅਧਿਕਾਰ ਆ ਜੀ, ਸਵਾਲ ਪੁੱਛਣ ਦਾ ਸ਼੍ਰੀਮਾਨ ਜੀ ਅਧਿਕਾਰ ਹੈ। ਆਪ ਕਹਿੰਦੇ ਨੇ ਰਾਜਨੀਤਿਕ ਲੀਡਰ ਵੀ ਸਾਨੂੰ ਸਵਾਲ ਪੁੱਛੋ। ਬਹੁਤ ਬਹੁਤ ਧੰਨਵਾਦ। ਕੋਈ ਨਾ ਬੜਾ ਗੱਲ ਸੁਣ ਲਾ। ਹਾਂ ਮੈਂ ਇੱਥੇ ਮੇਰੇ ਸਵਾਲਾਂ ਦੇ ਮੇਰੇ ਜਵਾਬ ਦਵਾ ਦਿਓ 4-5। ਤੈਨੂੰ ਬਣਾ ਦਾਂਗੇ, ਸਵਾਲ ਪੁੱਛ ਲਈ ਤੈਨੂੰ। ਨਹੀਂ ਮੈਂ ਤਾਂ ਜੀ ਦੇਖੋ ਮਾਈਕ 'ਚ ਖੜ ਕੇ ਪੁੱਛੂ, ਪਿੰਡ ਦੇ ਸਾਹਮਣੇ ਪੁੱਛੂ। ਨਹੀਂ ਆਏ ਨਹੀਂ ਹੁੰਦਾ। ਦੇਖੋ ਮੇਰੀ ਗੱਲ, ਜਿਹੜੀ ਤੁਸੀਂ ਪਰਸਨਲੀ ਗੱਲ ਕਰਦੇ, ਪਰਸਨਲੀ ਤਾਂ ਅਸੀਂ ਜਾ ਕੇ ਮਿਲੇ ਪਬਲਿਕ ਨੂੰ ਤਾਂ ਪੁੱਛਣੇ ਆ, ਪਬਲਿਕ ਨੂੰ ਸਵਾਲ ਬਣਾਇਆ ਜਿਹੜੇ ਪੁੱਛਣੇ ਆ, ਤੈਨੂੰ ਬਣਾ ਦਾਂਗੇ। ਪੁੱਛ ਨਹੀਂ ਸਵਾਲ ਤਰੀਕਾ ਹੁੰਦਾ।
ਉਹਨਾਂ ਨੂੰ ਵੀ ਤਾਂ ਪਤਾ ਲੱਗੇ ਫੇਸ ਟੂ ਫੇਸ। ਦੇਖੋ ਮੈਂ ਤੁਹਾਨੂੰ ਗੱਲ ਦੱਸਾਂ, ਮੈਂ ਤੁਹਾਡੇ ਮੂਹਰੇ ਹੱਥ ਜੋੜਦਾ ਪੰਜਾਬ, ਮੇਰੀ ਗੱਲ ਸੁਣੋ, ਮੈਂ ਤੁਹਾਡੇ ਮੂਹਰੇ ਹੱਥ ਪਤਾ ਮੇਰੀ ਗੱਲ ਸੁਣੋ ਸ਼੍ਰੀਮਾਨ ਜੀ, ਮੈਂ ਇਹ ਗੱਲ ਕਹਿਣਾ, ਤੁਸੀਂ ਪੁਲਿਸ ਅਫਸਰ, ਤੁਸੀਂ ਪੁਲਿਸ ਮੁਲਾਜ਼ਮ, ਪਰ ਮੈਨੂੰ ਇੱਕ ਚੀਜ਼ ਦਾ ਜਵਾਬ ਦੇ ਦਿਓ ਵੀ ਆਪਣੇ ਜਿਹੜੇ ਬੱਚੇ ਨੇਗੇ, ਆਪਾਂ ਕਿੱਥੇ ਖੜੇ ਆ, ਕਿੰਨੀਆਂ ਭਰਤੀਆਂ ਦੇ ਵਿੱਚ ਕਰਪਸ਼ਨ ਹੋ ਰਹੀ ਹੈ, ਜਿਹੜੀ ਸਾਡੇ ਮੂਹਰੇ ਕੋਲ ਲਿਸਟ ਪਈ ਆ ਘਰੇ, ਕਿਵੇਂ ਜਿਹੜੀਆਂ ਪੈਸੇ ਲੈ ਭਰਤੀਆਂ ਕੀਤੀ ਜਾਂਦੇ ਨੇ। ਹੁਣ ਜਿਹੜੇ ਆਪਣੇ ਬੱਚੇ ਨੇਗੇ, ਜਿਹੜੇ ਆਪਣੇ ਸਹੀ ਜਿਹੜੀ ਰੱਖਦੇ ਨੇਗੇ ਉੱਥੇ ਭਰਤੀ ਹੋਣ ਦੇ, ਉਹਨਾਂ ਨੂੰ ਭਰਤੀ ਨਹੀਂ ਕੀਤਾ ਨਾ, 15 ਲੱਖ ਰੁਪਏ ਲੈ ਕੇ 13 ਲੱਖ ਰੁਪਏ ਭਰਤੀ ਕੀਤਾ। ਇਹਨਾਂ ਦਾ ਹੀ ਕੰਮ ਹੈ, ਇਹਨਾਂ ਕਰਪਟ ਲੀਡਰਾਂ ਦਾ ਕੰਮ ਹੈ। ਜੇ ਤੁਹਾਡਾ ਪੰਜਾਬ ਸੁਧਰ ਜੇ ਨਾ, ਮੈਂ ਤਾਂ ਜੇ ਤੁਸੀਂ ਕਹਿ ਰਹੇ ਹੋ, ਮੈਂ ਤਾਂ ਇਹ ਮੁੱਦੇ ਚੱਕਣੋਂ ਛੱਡ ਦਿੰਦਾ, ਗੱਲ ਖਤਮ। ਫਿਰ ਤੁਹਾਡੇ ਪੰਜਾਬ ਲਈ ਲੜੂ ਕੌਣ? ਮੇਰੀ ਗੱਲ ਤੁਹਾਡੇ ਮੇਰੇ ਦਾਦੇ ਨੇ 60 ਸਾਲ ਇਸ ਲੋਕਾਂ ਦੇ ਕੁਐਸਚਨ ਕਰ ਲੈ ਯਾਰ, ਜਿਹੜੇ ਤੂੰ ਪੁੱਛਣੇ ਪੁੱਛਾ ਦਾਂਗੇ ਤੈਨੂੰ। ਬਾਈ ਜੀ ਉੱਥੇ ਕੋਈ ਸਵਾਲ ਜਵਾਬ ਨਹੀਂ, ਉੱਥੇ ਕਹਿੰਦਾ ਮੈਂ ਸਾਰੇ ਹੱਲ ਕਰ ਦੂੰਗਾ। ਉੱਥੇ ਵੀ ਸਾਨੂੰ ਕਿਹਾ ਸੀਗਾ, ਅਸੀਂ ਮੇਰੀ ਗੱਲ ਸੁਣ, ਮੇਰੀ ਗੱਲ ਸੁਣ, ਇਹਦੇ ਵਿੱਚ ਲੌਜੀਕ ਹੁੰਦਾ ਹੈ ਗੱਲ ਦਾ। ਮੰਨ ਲਾ ਇੱਥੇ ਕੋਈ ਵੀ ਤੂੰ ਕੁਐਸਚਨ ਪੁੱਛ ਲੇਗਾ, ਚਾਹੇ 20 ਬੰਦੇ ਹੋਣ ਚਾਹੇ 100 ਬੰਦੇ ਹੋਣ, ਕੀ ਇੱਥੇ ਨਾਲ ਦੀ ਨਾਲ ਕੋਈ ਹੱਲ ਹੋਣਾ? ਮੇਰੀ ਗੱਲ ਤਾਂ ਸੁਣੋ, ਫਿਰ ਲੋਕਾਂ ਨੂੰ ਤਾਂ ਪਤਾ ਲੱਗੂਗਾ। ਲੋਕਾਂ ਨੂੰ ਵੈਸੇ ਵੀ ਪਤਾ, ਸਾਰਿਆਂ ਨੂੰ ਯਾਰ ਜੇ ਪਤਾ, ਤੁਸੀਂ ਬਾਈ ਮੇਰਾ ਨਹੀਂ ਸਾਥ ਦਿੰਦੇ, ਮੈਂ ਘਰੇ ਵਗ ਜਾਣਾ, ਗੱਲ ਖਤਮ। ਮੈਨੂੰ ਇੱਕ ਵਾਰੀ ਕਹਿ ਦਿਓ ਵੀ ਪੰਜਾਬ ਪੁਲਿਸ ਨਹੀਂ ਸਾਥ ਨਾਲ ਯਾਰ ਤੇਰੇ ਅਸੀਂ ਨਾਲ ਆ। ਜੇ ਤੁਸੀਂ ਕਹਿ ਦਿਓ ਵੀ ਇਸ ਤਾਂ ਉਹਨਾਂ ਦੇ ਨਾਲ ਆ ਕਰਪਟ ਲੀਡਰਾਂ ਦੇ, ਮੈਂ ਘਰੇ ਵਗ ਜਾਣਾ ਹੁਣੀ ਯਾਰ, ਮੈਂ ਹੁਣੀ ਘਰੇ ਵਗ ਜਾਣਾ। ਸਾਡੀ ਤਾਂ ਡਿਊਟੀ ਹੈ, ਅਸੀਂ ਲਾਈਨ ਆਰਡਰ ਨੂੰ ਮੇਨਟੇਨ ਡਿਊਟੀ ਆ। ਫਿਰ ਉਹਨਾਂ ਨੂੰ ਮੇਰੇ ਸਾਹਮਣੇ ਦਾ ਖੜਾ ਕੇ ਸਵਾਲ ਪੁੱਛ ਦੋ ਵੀ ਉਹ ਸਾਹਮਣੇ ਖੜਾ ਕਿੱਥੇ ਖੜ ਜਾ ਯਾਰ, ਇੱਥੇ ਅੱਜ ਮੈਂ ਸਰਪੰਚ ਨਹੀਂ ਮੰਨੀ ਨਾ, ਮੈਂ ਤੇਰੀ ਮੰਨਦਾ। ਮੇਰੀ ਗੱਲ ਸੁਣ ਲੈ, ਮੈਨੂੰ ਮੈਂ ਸਿਰਫ ਜੇ ਮੈਂ ਇਹ ਕੰਮ ਲਈ ਚੱਲਾਂ, ਮੈਨੂੰ ਪਤਾ ਹੁੰਦਾ ਜਿਹੜਾ ਬੰਦਾ ਇਸ ਕੰਮ ਲਈ ਚੱਲਦਾ ਉਹਨੂੰ ਪਤਾ ਵੀ ਆ ਦਿੱਕਤਾਂ ਦਾ ਸਾਹਮਣਾ ਕਰਨਾ। ਇੱਥੇ ਮੈਂ ਕੋਈ ਐਵੇਂ ਨਹੀਂ ਗੱਲ ਕਰਨੀ ਸਿਫਾਰਸ਼ ਬਾਈ ਜਿਹੜੇ ਮੈਂ ਯਾਰ, ਮੈਨੂੰ ਪਤਾ ਸਾਰਾ ਕੁਝ, ਮੈਂ ਪੜ੍ਹਿਆ ਲਿਖਿਆ, ਮੈਂ ਤੇਰੇ ਤੋਂ ਵੱਧ ਪੜ੍ਹਿਆ ਲਿਖਿਆ, ਮੈਨੂੰ ਸਾਰਾ ਕੁਝ ਤਰੀਕੇ ਨਾਲ ਹੀ ਪਹੁੰਚਦਾ ਆਪਾਂ ਨੂੰ। ਕੋਈ ਪ੍ਰੋਟੋਕਾਲ ਹੁੰਦਾ ਉਹਦੇ ਮੁਤਾਬਕ ਹੀ ਚੱਲਣਾ ਪਊਗਾ। ਪ੍ਰੋਟੋਕਾਲ ਇਹ ਆ, ਉੱਥੇ ਸਾਹਮਣੇ ਉਹ ਗੱਡੀ ਤੇ ਆਉਣਗੇ, ਜਿੱਥੇ ਵੀ ਆਉਣਗੇ ਮੈਂ ਇੱਥੋਂ ਸਵਾਲ ਕਰੂੰਗਾ, ਇੱਥੋਂ ਖੜ ਕੇ ਸਵਾਲ ਕਰੂੰਗਾ ਵੀ ਚੰਨੀ ਸਾਹਿਬ ਸਾਡੇ ਆ ਸਵਾਲਾਂ ਦੇ ਜਵਾਬ ਦਿਓ। ਮੇਰੀ ਗੱਲ ਸੁਣ ਲੈ ਵੱਡੇ ਭਾਈ, ਮੇਰੀ ਗੱਲ ਸੁਣ ਲੈ, ਸਾਰਾ ਕੁਝ ਦੇਖ ਕਿਸਾਨੀ ਅੰਦੋਲਨ ਚੱਲਿਆ, ਮੈਂ 3 ਮਹੀਨੇ ਘਰੋਂ ਨਹੀਂ 3 ਮਹੀਨੇ ਤੋਂ ਨਹੀਂ ਆਇਆ ਪੰਜਾਬ ਦੀ ਜਿੱਥੇ ਗੱਲ ਸੀਗੀ। 15 ਦਿਨ ਮੇਰੇ ਅੰਦੋਲਨ ਦੇ ਵਿੱਚ ਸੀਗੇ, ਕਿਸੇ ਤੋਂ ਮੈਂ 1 ਰੁਪਏ ਨਹੀਂ ਲੈਤਾ, ਕੋਈ ਸਾਬਤ ਕਰਾ ਦੇ ਵੀ ਕਿਸੇ ਤੋਂ 1 ਰੁਪਏ ਲੈਤਾ ਹੋਵੇ ਅੰਦੋਲਨ ਲਈ। ਮੈਂ ਉਹਦੇ ਕੋਲੋਂ ਤੇਲ ਫੂਕ ਕੇ ਜਿੰਨੇ ਉਹ ਕਰਾ ਸੀਗਾ। ਮੇਰੀ ਗੱਲ ਸੁਣ, ਤੁਹਾਡੇ ਪੰਜਾਬ ਦੀ ਲੜਾਈ, ਤੁਹਾਡੇ ਕੋਲ ਵੀ ਜ਼ਮੀਨ ਜਾਇਦਾਦਾਂ ਨੇ, ਤੁਸੀਂ ਬਚਾ ਪੁਲਿਸ ਦੇ ਵਿੱਚੋਂ ਤੁਹਾਡੀ ਲੜਾਈ ਲੜੀ, ਲੜਾਈ ਕਿਉਂ ਕਰਦੇ ਹੋ? ਠੀਕ ਹੈ, ਤੈਨੂੰ ਕਰਨਾ ਕੁਐਸਚਨ ਦਾ ਤੈਨੂੰ ਮਿਲਾ ਦਾਂਗੇ, ਇਹਨੂੰ ਪੁੱਛਣੀ ਕੁਐਸਚਨ ਉਹ ਮੈਨੂੰ ਇੱਥੇ ਨਹੀਂ, ਇਸ ਤਰ੍ਹਾਂ ਨਹੀਂ ਹੋ ਸਕਦਾ ਹੈਗਾ ਜਿੰਨੀ ਹੈਨਾ। ਮੈਂ ਇੱਥੇ ਖੜ ਕੇ ਪੁੱਛੂਗਾ ਜੋ ਤੁਸੀਂ ਕਰਨਾ, ਬਾਕੀ ਤੁਹਾਡਾ ਇੱਛਾ ਸਿੱਧੀ ਗੱਲ। ਤੁਸੀਂ ਮੇਰੇ ਭਰਾ ਹੋ, ਤੁਸੀਂ ਅਫਸਰ ਨੂੰ ਜੋ ਕਰਨਾ ਕਰ ਲਓ, ਮੈਂ ਇੱਥੇ ਖੜ ਕੇ ਪੁੱਛੂਗਾ, ਚਾਹੇ ਮੈਨੂੰ ਫੜ ਕੇ ਗੱਲਾਂ ਕਰੋ। ਕੱਲ ਵੀ ਆਏ ਨੇ ਵੀ ਬਠਿੰਡਾ ਤੇ ਮਾਨ ਸਾਨੂੰ ਨਰਮੇ ਦਾ ਮੁਆਵਜ਼ਾ ਦਿੱਤਾ ਫਿਰ ਨਾ ਕਹਿੰਦੇ ਜੀ ਅਸੀਂ ਨਾਲੇ ਜਿਹਨੂੰ ਕਿਉਂ ਦਿੱਤਾ ਗਿਆ, ਇਹ ਗੱਲ ਦੋ ਤਿੰਨ ਗੱਲਾਂ। ਇੱਕ ਮਿੰਟ, ਬਠਿੰਡੇ ਕਰ ਲੈ ਕੁਐਸਚਨ, ਕਰ ਲੈ ਕੁਐਸਚਨ, ਕਰਾ ਦਾਂਗੇ, ਮਿਲਾ ਦਾਂਗੇ ਇਹਨੂੰ। ਕਿਸੇ ਨੂੰ ਨਹੀਂ ਮਿਲਿਆ, ਮਲਾਓ ਤਾਂ ਸੀ ਨਾ। ਹਾਂ ਮਿਲਾ ਦਾਂਗੇ। ਨਰਮੇ ਦਾ ਮੁਆਵਜ਼ਾ ਕਿਸੇ ਨੂੰ ਨਹੀਂ ਮਿਲਿਆ। ਮੈਂ ਗੱਲ ਜਿਹੜੀ ਵੀ ਗੱਲ ਦਾ ਜਵਾਬ ਆ ਮੈਂ ਦਿੰਨਾ। ਫਿਰ ਨਾ ਇੱਕ ਮਿੰਟ ਸ਼੍ਰੀਮਾਨ ਜੀ, ਸਿੱਧਾ ਕਹਿੰਦੇ ਵੀ ਸਾਡੇ ਖਜ਼ਾਨਾ ਖਾਲੀ ਹੈ, ਅਸੀਂ ਨਰਮੇ ਦਾ ਮੁਆਵਜ਼ਾ ਨਹੀਂ ਦੇ ਸਕਦੇ, ਪਰ ਝੂਠਾ ਲਾਰਾ ਲੋਕਾਂ ਨੂੰ ਵੋਟਾਂ ਵੇਲੇ ਕਿਉਂ ਲਾਇਆ ਜਾਂਦਾ। ਸਿੱਧਾ ਕਹਿੰਦੇ ਵੀ ਜਿਹੜੀ 37000 ਕੱਚਾ ਮੁਲਾਜ਼ਮ ਹੈ ਉਹਨੂੰ ਅਸੀਂ ਨਹੀਂ ਭਰਤੀ ਕਰ ਸਕਦੇ, ਭਾਈ ਸਾਡਾ ਖਜ਼ਾਨਾ ਖਾਲੀ ਹੈ। ਤੁਸੀਂ ਲੋਕਾਂ ਨੂੰ ਜਾਗਰਤ ਕਰ ਰਹੇ ਹੋ, ਲੋਕਾਂ ਨੂੰ ਝੂਠ ਬੋਲਿਆ ਜਾਂਦਾ ਸ਼੍ਰੀਮਾਨ ਜੀ, ਤੁਹਾਡੇ ਪੰਜਾਬ ਦਾ ਮਸਲਾ ਹੈ, ਤੁਹਾਡੀ ਜਿਹੜਾ ਤੁਹਾਡੇ ਆਹ ਨੇ ਨਾ ਉਹਦਾ ਮਸਲਾ ਹੈ। ਆਪਾਂ ਛੋਟੇ ਮੋਟੇ ਸਵਾਰਥਾਂ ਖਾਤਰ ਨਾ ਜਾਈਏ। ਹੁਣ ਸੁਣੋ ਮੇਰੀ ਗੱਲ, ਆਹ ਗੱਲ ਸੁਣਨ ਵਾਲੀ ਆ ਬਾਈ। ਜਦੋਂ ਅੰਦੋਲਨ ਚੱਲਦਾ ਸੀ, ਨਵਜੋਤ ਸਿੰਘ ਸਿੱਧੂ ਨੇ ਮੈਨੂੰ ਬੁਲਾਇਆ, ਨਵਜੋਤ ਸਿੰਘ ਸਿੱਧੂ ਦੇ ਘਰ ਵਾਲੀ ਨੇ ਮੈਨੂੰ ਬੁਲਾਇਆ, ਦੱਸ ਤੈਨੂੰ ਕਹਿੰਦੇ ਕੀ ਚਾਹੀਦਾ। ਸੁਣ ਲਓ ਮੇਰੀ ਗੱਲ, ਹੋ ਸਕਦਾ ਮੈਂ ਉਹ ਲਾਲਚ ਦੇ ਨਾਲ ਵਿਕ ਜਾਂਦਾ ਨਾ। ਮੈਨੂੰ ਨਵਜੋਤ ਸਿੰਘ ਸਿੱਧੂ ਨੇ ਉਹਦੇ ਸਿੱਧੂ ਦੇ ਘਰ ਵਾਲੀ ਨੇ ਆਪਦੀ ਕੋਠੀ ਬੁਲਾ ਕੇ, ਬਾਈ ਜਿਹੜੀ ਉੱਥੇ ਕੋਠੀ ਹੈ ਉੱਥੇ ਬੁਲਾ ਕੇ ਮੈਨੂੰ ਕਿਹਾ, ਛੋਟੀ ਬਰਾਦਰੀ ਕਹਿੰਦੀ ਸਾਡੇ ਕੋਲੇ ਪ੍ਰਧਾਨਗੀ ਆ ਰਹੀ ਹੈ, ਤੁਹਾਨੂੰ ਦੱਸੋ ਤੁਹਾਨੂੰ ਕੀ ਉਹਦਾ ਚਾਹੀਦਾ। ਜੇ ਮੈਂ ਉਹਦੇ ਲਈ ਵਿਕਣ ਵਾਲਾ ਹੁੰਦਾ ਮੈਂ ਵਿਕ ਜਾਂਦਾ ਯਾਰ, ਤੁਹਾਡੇ ਤੋਂ ਵੱਡਾ ਮੈਂ, ਹੋ ਸਕਦਾ ਮੈਨੂੰ ਟਿਕਟ ਮਿਲ ਜਾਂਦੀ ਕਾਂਗਰਸ ਦੀ ਕਿਤੋਂ ਯਾਰ। ਮੈਂ ਵਾਹਿਗੁਰੂ ਜੀ ਸਹੁੰ ਮੈਨੂੰ ਆਹ ਗੱਲ ਕਹੀ ਆ ਯਾਰ, ਮੈਂ ਵਿਕ ਜਾਂਦਾ ਉਦੋਂ ਯਾਰ ਜੇ ਮੈਂ ਵਿਕਣ ਵਾਲਾ ਹੁੰਦਾ। ਆ ਹੁਣ ਸਾਡੇ ਪਿੰਡ ਦਾ ਸਰਪੰਚ ਆ, ਪਿੰਡ ਦਾ ਸਰਪੰਚ ਆ, ਮੈਨੂੰ ਤਾਂ ਹੋ ਸਕਦਾ ਵੀ ਐਮਐਲਏ ਟਿਕਟ ਦਿੰਦੇ। ਬਾਈ ਯਾਰ ਮੈਂ ਤੁਹਾਡੇ ਲਈ ਖੜਾ ਯਾਰ, ਜੇ ਤੁਸੀਂ ਨਹੀਂ ਇਸ ਚੀਜ਼ ਦੀ ਕਦਰ ਕਰੋਗੇ ਨਾ ਕਰੋ ਯਾਰ। ਮੈਂ ਹਟ ਦੂੰਗਾ, ਮੇਰਾ ਕਲਾਕਾਰੀ ਕੰਮ ਹੈ, ਮੈਂ 4-5 ਲੱਖ ਰੁਪਇਆ 5-6 ਲੱਖ ਰੁਪਇਆ ਮਹੀਨੇ ਦਾ ਕਮਾਉਣਾ। ਇਹ ਵੀ ਸੁਣ ਲਓ ਗੱਲ, ਅੱਜ ਮੈਂ ਬੋਲ ਦਿੰਦਾ, ਸੋਚ ਜਿਹੜੀ ਮੇਰੀ YouTube ਦੀ ਕਮਾਈ ਆ ਇੰਨੀ ਹੈ, ਮੈਂ ਤੁਹਾਡੇ ਤੋਂ ਦੁੱਗਣੇ ਪੈਸੇ ਕਮਾਉਣਾ ਯਾਰ। ਮੈਂ ਕਿਉਂ ਕਮਾਉਣਾ, ਮੇਰੀ ਫਿਲਮ ਮੈਂ ਕਰ ਰਿਹਾ ਇੱਕ ਯਾਰ, ਮੈਂ ਜਜ਼ਬਾਤੀ ਬੰਦਾ ਯਾਰ। ਮੇਰੇ ਦਾਦੇ ਨੇ ਸਾਰੀ ਉਮਰ ਲੋਕਾਂ ਦੇ ਲਿਖ ਲਿਆ, ਮੈਂ ਵੀ ਲਾਉਂਗਾ ਯਾਰ। ਐਵੇਂ ਨਾ ਕਰੋ ਯਾਰ, ਕਰੋ ਯਾਰ ਤਰੀਕੇ ਨਾਲ ਹੀ ਆ ਸ਼੍ਰੀਮਾਨ ਜੀ, ਤਰੀਕੇ ਨਾਲ ਹੀ ਆ। ਜੇ ਲੋਕ ਮੈਂ ਮਿਲ ਕੇ ਤਾਂ ਮੈਂ ਆਇਆ,
ਮਿਲ ਕੇ ਤਾਂ ਮੈਂ ਸਪੈਸ਼ਲ ਮਿਲ ਕੇ ਆਇਆ, ਸਪੈਸ਼ਲ ਮੈਨੂੰ ਅੰਦਰ ਉੱਥੇ ਮੈਂ ਤੇ ਲੱਖਾ ਸਿੰਘ ਸਿਧਾਣਾ ਅੱਧਾ ਪੌਣਾ ਘੰਟਾ ਬੈਠ ਕੇ ਆਇਆ, ਨਾਲੇ ਸਾਰੇ ਕੰਮ ਚੰਨੀ ਨੇ ਛੱਡ ਕੇ ਸਪੈਸ਼ਲ ਸਾਨੂੰ ਮਿਲਿਆ ਅੰਦਰ ਜਾ ਕੇ। ਇਸ ਤੋਂ ਬਾਅਦ ਮੇਲ ਮਿਲਾਪ ਕੀ ਹੋਊਗਾ? ਉਹ ਐ ਕਰ ਲਾ ਯਾਰ, ਮੈਂ ਐ ਕਰ ਲਾ ਯਾਰ, ਮੋਢੇ ਕਰ ਲਾ ਯਾਰ, ਇੱਧਰ ਕਰ ਲਾ ਯਾਰ, ਮੋਢੇ ਐ ਕਰ ਲਾ ਯਾਰ, ਇੱਥੇ ਡੰਗਦਾ ਨੇ ਤਾਂ ਉਹ ਇੱਧਰ ਕਰ ਲਾ ਯਾਰ, ਹਾਂ ਡੰਗਦਾ ਲੋਟੇ ਤੇ ਹਲਾਤਾ ਯਾਰ, ਹਲਾਤਾ ਜਿਹੜਾ ਮਰਜ਼ੀ ਹੋਣਾ ਉਹ ਚ ਨਹੀਂ ਕੋਈ ਹੈਗਾ। ਹਲੋ ਇੱਕ ਦੂਜੇ ਦੀ ਵਿਰੋਧਤਾ ਨਾ ਕਰੋ। ਹੈਲੋ ਸਾਲਾਂ ਬਾਅਦ ਤਾਂ ਵੋਟਾਂ ਮਾਰਿਆ ਇਹਦੇ ਉਸ ਤੋਂ ਬਾਅਦ ਪਹਿਲਾਂ ਹੈਲੋ ਉਸ ਤੋਂ ਪਹਿਲਾਂ ਕਿਵੇਂ ਲਾ ਕੇ ਰੱਖ ਤੈਨੂੰ ਮੈਂ ਤੇਲ ਚਲਾ ਨੂੰ ਪਲੱਗ ਪਲੁੱਗ ਲਾ ਕੇ ਪਾਲੋ ਯਾਰ। ਹੈਲੋ ਚਲਾਉਣ ਵਾਲਾ ਬੰਦਾ ਉਹ ਇਧਰੋਂ ਹੱਲੀ ਆ ਯਾਰ ਕਾਰ। ਚੱਲ ਪਿਆ ਬਾਈ ਬਣ ਕੇ ਇੱਥੇ ਟੰਗ ਦੇਣੀ ਯਾਰ। ਫੇਰ ਨਾ ਓਏ ਗੱਲ ਸੁਣ ਲਓ ਪਿੰਡ ਵਾਲੇ, ਮਹਾਰਾਜ ਦੀ ਸਵਾਰੀ ਆ ਗਈ 1700 ਬੰਦਾ ਬਾਈ, ਮਹਾਰਾਜ ਦੀ ਸਵਾਰੀ ਆਉਂਦੀ ਆ, ਗੁਰੂ ਮਹਾਰਾਜ ਦੀ ਸਵਾਰੀ ਆਉਂਦੀ ਆ। ਸਾਰੇ ਜਾਣੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਨ ਲਈ ਸਿੱਧੇ ਸਾਵਧਾਨ ਹੋ ਜਾਓ, ਸਾਵਧਾਨ ਹੋ ਜਾਓ। ਬੇਟਾ ਰਾਜਨੀਤੀ ਸਭ ਕੁਝ ਚੱਲਦਾ ਹੀ ਰਹਿਣਾ, ਪਰ ਗੁਰੂ ਸਾਹਿਬ ਦਾ ਸਤਿਕਾਰ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਆ। ਗੁਰੂ ਸਾਹਿਬ ਦੇ ਸਤਿਕਾਰ ਕਰਨ ਲਈ ਸਾਰੇ ਸਿੱਧੇ ਸਾਵਧਾਨ ਹੋ ਜਾਓ। ਸਿਆਸਤਾਂ ਵੋਟਾਂ ਇਹ ਸਭ ਕੁਝ ਚੱਲਦਾ ਰਹਿਣਾ, ਪਰ ਖਾਲਸਾ ਵਾਹਿਗੁਰੂ ਜੀ। ਪਿੰਡ ਵਾਲਿਓ, ਮੇਰੀਆਂ ਮਾਵਾਂ ਭੈਣਾਂ ਸਾਹਮਣੇ ਖੜੀਆਂ ਨੇ ਗਿਆ, ਮੈਂ ਮੇਰੀ ਮਾਵਾਂ ਭੈਣਾਂ ਨੂੰ ਦੱਸਣਾ ਚਾਹਣਾ, ਝੂਠੇ ਲਾਰੇ ਤੇ ਝੂਠੇ ਵਾਅਦੇ ਦੇ ਬਿਨਾਂ ਹੋਰ ਤੁਹਾਡਾ ਕੁਝ ਨਹੀਂ। ਜਿੰਨਾ ਟਾਈਮ ਤੁਸੀਂ ਪੰਜਾਬ ਦੇ ਲੋਕ ਜਾਗਦੇ ਨਹੀਂਗੇ, ਜਿੰਨਾ ਟਾਈਮ ਇਹ ਲੀਡਰਾਂ ਨੂੰ ਸਵਾਲ ਨਹੀਂ ਪੁੱਛਣਾ ਤੁਸੀਂ ਪੁੱਛਣ ਲੱਗਦੇ, ਜਿੰਨਾ ਟਾਈਮ ਨਹੀਂ ਪੁੱਛਦੇ ਵੀ ਸਾਡਾ ਪੈਸਾ ਸਾਡਾ ਪੈਸਾ, ਸਾਡੇ ਲੋਕਾਂ ਦਾ ਪੈਸਾ ਸਾਡੇ ਵਿੱਚ ਕਿਉਂ ਨਹੀਂ ਲੱਗ ਰਿਹਾ, ਤੁਸੀਂ ਤੁਹਾਡਾ ਪੰਜਾਬ ਦਾ ਕੋਈ ਮਸਲਾ ਹੱਲ ਨਹੀਂ ਹੋ ਸਕਦਾ। ਇੱਥੇ ਖੜੇ ਆ, ਹਰ ਇੱਕ ਦੀ ਸੋਚ ਕਿੱਥੇ ਤੱਕ ਖੜੀ ਆ, ਸੋਚ ਤੁਹਾਨੂੰ ਸਭ ਨੂੰ ਪਤਾ ਹੈ ਵੀ ਕਿੱਥੇ ਤੱਕ ਆ। ਇਹ ਹਰ ਇੱਕ ਪਿੰਡ ਦੀ ਗੱਲ ਹੈ। ਹਾਂਜੀ ਹਾਂ, ਜਿਹੜੀ ਬਿੱਲਾਂ ਦੀ ਮਾਫੀ ਸੀਗੀ, ਜਿਹੜਾ ਚਰਨਜੀਤ ਚੰਨੀ ਨੇ ਕਿਹਾ ਗਿਆ ਸੀਗਾ ਕਿ ਬਿਜਲੀ ਦੇ ਬਿੱਲ ਮਾਫ ਕਰਤੇ ਤੁਹਾਡੇ, ਆਹ ਸੁਣ ਲਓ ਮੇਰੇ ਭਰਾ, ਸੁਣ ਲਓ ਮੇਰੀਆਂ ਭੈਣਾਂ, ਤੁਹਾਨੂੰ ਬਿਜਲੀ ਦੇ ਬਿੱਲ ਮਾਫ ਨਹੀਂ ਹੋਏ। ਕੱਲੀਆਂ ਵੋਟਾਂ ਲੈਣ ਦੇ ਲਈ ਤੁਹਾਡੇ ਕੋਲ ਡਰਾਮਾ ਕੀਤਾ ਗਿਆ ਸੀਗਾ, ਵੋਟਾਂ ਲੈਣ ਦੇ ਲਈ ਡਰਾਮਾ ਕੀਤਾ ਗਿਆ ਸੀਗਾ। ਹੁਣ ਮੈਂ ਇੱਥੇ ਇੱਕ ਗੱਲ ਤੋਂ ਹੋਰ ਵੀ ਪਰਦਾ ਚੱਕ ਦੇਣਾ ਚਾਹਣਾ, ਅੱਜ ਮੈਂ ਸਿੱਧਾ ਤੇ ਸਪਸ਼ਟ ਚੱਲੂਗਾ। ਤੁਹਾਡੇ ਪਿੰਡਾਂ ਦਾ ਵਿਕਾਸ ਜਿਹੜਾ ਗਲੀਆਂ ਨਾਲੀਆਂ ਨੇ ਗਿਆ, ਗਲੀਆਂ ਨਾਲੀਆਂ ਦਾ ਵਿਕਾਸ ਜਿਹੜਾ ਇਹ ਤੁਹਾਡੇ ਟੈਕਸਾਂ ਦਾ ਪੈਸਾ ਹੈ, ਇਹ ਕੋਈ ਸਰਕਾਰਾਂ ਨਹੀਂ ਦੇ ਸਕਦੀਆਂ। ਇੱਥੇ ਤੱਕ ਸਾਡੇ ਲੋਕਾਂ ਦੀ ਸੋਚ ਕੱਢਿਆ ਸਾਡੀ ਗਲੀ ਪੱਕੀ ਹੋ ਜਾਏ, ਸਾਡੀ ਨਾਲੀ ਪੱਕੀ ਹੋ ਜਾਏ, ਇਹ ਤੁਹਾਡੇ ਟੈਕਸਾਂ ਦਾ ਪੈਸਾ ਭਾਈ, ਇਹ ਤੁਹਾਨੂੰ ਮਿਲਣਾ ਹੀ ਆ। ਇਹ ਤੁਸੀਂ ਜਿਹੜੀ ਸਿੱਖਾਂ ਦੀ ਡੱਬੀ ਵੀ ਲੈਂਦੇ ਹੋ ਜਾਂ ਕੋਈ ਕੱਪੜਾ ਲੈਂਦੇ ਹੋ, ਉਹਦਾ ਪੈਸਾ ਭਾਈ ਇਹ ਤੁਹਾਨੂੰ ਮਿਲਣਾ ਹੀ ਹੈ। ਹੁਣ ਪਿੰਡਾਂ ਦੇ ਵਿੱਚ ਕੀ ਹੁੰਦਾ, ਸੁਣ ਲੈ ਮੇਰੀ ਗੱਲ, ਪਿੰਡਾਂ ਦੇ ਵਿੱਚ ਕੀ ਹੁੰਦਾ, ਪਿੰਡਾਂ ਦੇ ਜਿਹੜੇ ਸਾਡੇ ਭਰਾ ਨੇਗੇ ਇਹ ਸਾਡੇ ਆਪਣੇ ਨੇਗੇ, ਪਰ ਜੇ ਕੋਈ ਬੰਦਾ ਸੱਚ ਦੇ ਰਾਸਤੇ ਤੇ ਚੱਲ ਪਏ ਨਾ ਤਾਂ ਤੁਹਾਡਾ ਪਿੰਡਾਂ ਦੇ ਤੁਹਾਡੇ ਪੰਜਾਬ ਦਾ ਨਕਸ਼ਾ ਬਦਲ ਸਕਦਾ, ਤਾਂ ਤੁਹਾਡਾ ਨਕਸ਼ਾ ਬਦਲ ਸਕਦਾ। ਸਾਨੂੰ ਵੋਟਾਂ ਪਵਾਉਣ ਦੇ ਲਈ ਸਾਥੋਂ ਭਕਾਵਾ ਕੀਤਾ ਜਾਂਦਾ, ਹੁੰਦੇ ਨੇ ਕੋਈ ਪਿੰਡਾਂ ਦੇ ਵਿੱਚ ਆ ਪਿੰਡਾਂ ਮੈਨੂੰ ਕੋਈ ਮੇਰੇ ਮੂਹਰੇ ਲੈ ਖੜਾਵੇ, ਇਹਨਾਂ ਤੋਂ ਪੱਟੀਆਂ ਇਹਨਾਂ ਤੋਂ ਪ੍ਰਧਾਨੀਆਂ ਵੱਡੀਆਂ ਚੌਧਰਦਾਰੀਆਂ ਲੈ ਸਕਦਾ, ਪਰ ਮੇਰਾ ਜ਼ਮੀਰ ਨਹੀਂ ਮੰਨਦਾ ਮੇਰਾ। ਇੱਥੇ ਤੱਕ ਸਾਡੀ ਸੋਚ ਰਹਿ ਗਈ, ਜੇ ਇੱਕ ਚੰਗਾ ਪਿੰਡ ਦਾ ਸਰਪੰਚ ਹੋਵੇ ਨਾ ਪੰਜਾਬ ਦਾ ਨਕਸ਼ਾ ਬਦਲ ਸਕਦਾ। ਨਕਸ਼ਾ ਕੀ ਹੁੰਦਾ, ਸਰਪੰਚ ਕਿਤੇ ਉਹਦੇ ਨਾਲ ਮਿਲਿਆ ਹੋਇਆ, ਸੈਕਟਰੀ ਨਾਲ ਮਿਲਿਆ ਹੋਇਆ, ਕਿਤੇ ਕਿਸੇ ਨਾਲ ਮਿਲਿਆ ਹੋਇਆ, ਜੇ ਪਿੰਡ ਦਾ ਚੰਗਾ ਸਰਪੰਚ ਹੋਵੇ ਨਾ ਪੰਜਾਬ ਦਾ ਨਕਸ਼ਾ ਬਦਲ ਸਕਦਾ। ਇਹ ਗੱਲ ਧਿਆਨ ਨਾਲ ਸੁਣ ਲਓ। ਤੁਸੀਂ ਛੋਟੇ ਛੋਟੇ ਸਵਾਰਥਾਂ ਤੇ ਰਹਿ ਗਏ, ਛੋਟੇ ਛੋਟੇ ਲਾਲਚਾਂ ਤੇ ਰਹਿ ਗਏ, ਜਾਂਦੇ ਹੋ ਗੁਰੂ ਘਰ ਮੱਥਾ ਟੇਕਣ, ਗੁਰੂ ਘਰ ਮੈਂ ਵੀ ਜਾਣਾ 1 ਘੰਟਾ, ਪਰ ਮੈਂ ਦੁਆ ਕਰਕੇ ਆਉਣਾ ਵੀ ਪ੍ਰਮਾਤਮਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਮੈਨੂੰ ਸੱਚ ਦਾ ਰਸਤਾ ਦਿਖਾਈ, ਮੈਂ ਉੱਥੇ ਦੁਆ ਕਰਕੇ ਆਉਣਾ। ਆ ਮੇਰਾ ਭਰਾ ਸੀਗਾ ਇੱਕ, ਆ ਗੱਲ ਕਰਨ ਲੱਗਾ, ਕਹਿੰਦਾ ਅੰਦਰ ਨਾ ਜਾਈ ਗੁਰੂ ਘਰ ਦੇ ਵਿੱਚ, ਗੁਰੂ ਜਿੱਥੇ ਵੀ ਗੁਰੂ ਗ੍ਰੰਥ ਸਾਹਿਬ ਹੈ ਉਸ ਗੁਰੂ ਹੈ। ਮੈਂ ਅੱਜ ਤੱਕ ਉਹ ਗੁਰੂ ਘਰ ਨਹੀਂ ਗਿਆ,
ਕਿਉਂ ਨਹੀਂ ਗਿਆ? ਕਿਉਂਕਿ ਮੈਂ ਜਾਤਾਂ ਪਾਤਾਂ ਨੂੰ ਮੰਨਣ ਵਾਲਾ ਬੰਦਾ ਨਹੀਂ ਹੈਗਾ। ਮੇਰੇ ਅੰਦਰ ਜਾਤ ਪਾਤ ਨਹੀਂ ਹੈਗੀ। ਮੈਂ ਗੁਰੂ ਗੋਬਿੰਦ ਸਿੰਘ ਦਾ, ਮੈਂ ਉਸ ਬਾਬੇ ਨਾਨਕ ਨੂੰ ਮੰਨਦਾ। ਮੈਂ ਰਵਿਦਾਸ ਭਗਤ ਵਾਲੇ ਗੁਰੂ ਘਰ ਇਸ ਕਰਕੇ ਜਾਂਦਾ ਕਿ ਸਾਡਾ ਗੁਰੂ ਇੱਥੇ ਵੀ ਗੁਰੂ ਘਰ ਹੋਈ ਹੈ, ਉੱਥੇ ਵੀ ਗੁਰੂ ਘਰ ਹੋਈ ਹੈ। ਮੈਂ ਕਿਸੇ ਜਾਤਾਂ ਪਾਤਾਂ ਨੂੰ ਮੰਨਣ ਵਾਲਾ ਬੰਦਾ ਨਹੀਂ ਹੈਗਾ। ਪਰ ਜਾਤਾਂ ਦੇ ਵਿੱਚ ਸਾਨੂੰ ਵੰਡਤਾ ਲੋਕਾਂ ਨੇ, ਜਿਹੜੇ ਜਾਤਾਂ ਨੂੰ ਵੰਡਤਾ। ਮੈਂ ਕਿਹੜਾ ਮੈਂ ਰਮਦਾਸੀ ਸਿੱਖਾਂ ਦਾ ਮੁੰਡਾ? ਲੈ ਦੱਸੋ, ਮੈਂ ਮਜ਼੍ਹਬੀ ਸਿੱਖਾਂ ਦਾ ਮੁੰਡਾ। ਮੈਂ ਜਾਤਾਂ ਪਾਤਾਂ ਨੂੰ ਮੰਨਣ ਵਾਲਾ ਬੰਦਾ ਨਹੀਂ ਹੈਗਾ। ਮੈਂ ਉਸ ਗੁਰਬਾਣੀ ਨੂੰ ਘੰਟਾ ਪੜ੍ਹ ਕੇ ਫੇਰ ਗੁਰੂ ਘਰੋਂ ਬਾਹਰ ਨਿਕਲਦਾ। ਮੈਂ ਉਸ ਗੁਰਬਾਣੀ ਦੇ ਸਿਧਾਂਤਾਂ ਤੇ ਚੱਲਣ ਵਾਲਾ ਬੰਦਾ ਹੈ। ਗੱਲਾਂ ਕਰਦੇ ਨੇ ਕਿ ਇਹ ਸੁਣ ਲਓ ਮੇਰੀਆਂ ਮਾਵਾਂ, ਸੁਣ ਲਿਆ ਮੇਰੇ ਭੈਣੋ, ਤੇ ਸੁਣ ਲਓ ਮੇਰੇ ਪਿੰਡ ਕੋਟਦਨ ਦੇ ਨਗਰ ਨਿਵਾਸੀਓ। ਇਹ ਤੁਹਾਨੂੰ ਸਿਰਫ ਡਰਾਮੇ ਦੇਣ ਆਉਂਦੇ ਨੇਗੇ, ਡਰਾਮੇ ਕਰਨ ਆਉਂਦੇ ਨੇਗੇ। ਇੱਥੇ ਖੜ ਕੇ ਜਵਾਬ ਜੇ ਤੁਸੀਂ ਜਿੱਦਣ ਤੁਸੀਂ ਲੈਣ ਸਿੱਖ ਗਏ ਨਾ, ਜਿੱਦਣ ਤੁਸੀਂ ਲੀਡਰਾਂ ਦੇ ਮੂਹਰੇ ਬੋਲਣ ਸਿੱਖ ਗਏ, ਤਾਂ ਤੁਹਾਡੇ ਪੰਜਾਬ ਦੀ ਤਰੱਕੀ ਹੋ ਜੂਗੀ, ਤਾਂ ਤੁਹਾਡੇ ਪੰਜਾਬ ਦਾ ਵਿਕਾਸ ਹੋ ਜਾਊਗਾ। ਤੁਹਾਡਾ ਨਹੀਂ ਕੋਈ ਧੀ ਪੁੱਤ ਐਮਐਲਏ ਬਣ ਸਕਦਾ। ਇਹ ਕਹਿੰਦੇ ਚਰਨਜੀਤ ਚੰਨੀ ਦਲਿਤ ਪਰਿਵਾਰ ਦਾ ਹੋਇਆ। ਦਲਿਤ ਸ਼ਬਦ ਕਿੱਥੋਂ ਆ ਗਿਆ? 10 ਕਰੋੜ ਦਾ ਘਰੋਂ 10 ਕਰੋੜ ਕੈਸ਼ ਫੜਾਇਆ ਕਰੋ। ਜਿਹੜੀ ਗੱਲ ਕਰਦੇ ਨੇ ਵੀ ਦਲਿਤਾਂ ਦੀ ਗੱਲ ਕਰਦੇ ਨੇਗੇ, ਦਲਿਤਾਂ ਨੇ ਕਿੱਥੋਂ ਆ ਗਿਆ ਚਰਨਜੀਤ ਚੰਨੀ? ਮੈਨੂੰ ਆ ਕੇ ਜਵਾਬ ਦਿਓ। ਦਲਿਤ ਸ਼ਬਦ ਆ ਹੀ ਕਿੱਥੋਂ ਗਿਆ? ਜਾਤਾਂ ਪਾਤਾਂ ਸ਼ਬਦ ਇਹਨਾਂ ਤੋਂ ਬਣਾਇਆ ਜਾਂਦਾ। ਪੰਜਾਬ ਦੇ ਸਭ ਤੋਂ ਅਮੀਰ ਬੰਦਿਆਂ ਦੇ ਵਿੱਚੋਂ ਚਰਨਜੀਤ ਚੰਨੀ, ਸਭ ਤੋਂ ਅਮੀਰ ਬੰਦਿਆਂ ਦੇ ਵਿੱਚੋਂ ਆ। ਹਾਂ ਫਿਰ ਜੇ ਦਲਿਤ ਭਾਈਚਾਰੇ ਦੀ ਗੱਲ ਕਰਦਾ ਵੀ ਮੈਂ ਹਾਂ ਦਲਿਤ ਭਾਈਚਾਰੇ ਨਾਲ, ਦਲਿਤ ਸ਼ਬਦ ਇੱਕ ਰਮਦਾਸੀਆ ਸਿੱਖ ਤੇ ਮਜ਼੍ਹਬੀ ਸਿੱਖ ਤੋਂ ਹੀ ਬੁਰਾ ਸ਼ਬਦ ਹੈ ਕਿ ਦਲਿਤ ਜਿਹੜੀ ਵਰਤੋਂ ਕੀਤੀ ਜਾ ਰਹੀ ਹੈ। ਜਿਹੜੇ ਜਾਤਾਂ ਪਾਤਾਂ ਦੇ ਸ਼ਬਦਾਂ ਦੀ ਇਹ ਵਰਤੋਂ ਕਰਦੇ ਨੇਗੇ। ਮੈਨੂੰ ਇੱਕ ਗੱਲ ਦਾ ਜਵਾਬ ਦੇਵੇ। ਫਿਰ ਜੇ ਇਸ ਤਰ੍ਹਾਂ ਭਾਈਚਾਰੇ ਦਾ ਗੱਲ ਹੈ ਤਾਂ ਫਿਰ ਤੋਂ ਕਾਂਗਰਸ ਤੋਂ ਨਿਕਲਿਆ ਹੋਇਆ, ਦਿੱਲੀ ਤੋਂ ਨਿਕਲਿਆ ਹੋਇਆ ਫਰਮਾਨ ਕਿਉਂ ਜਾਰੀ ਕਰਦਾ? ਦਿੱਲੀ ਵਾਲਿਆਂ ਦੀ ਕਿਉਂ ਮੰਨਦਾ? ਤਾਂ ਫਿਰ ਉੱਥੇ ਪੰਡਤ ਪਰਿਵਾਰ ਦੀ ਕਿਉਂ ਗੱਲ ਮੰਨ ਕੇ ਚੱਲਦਾ ਚਰਨਜੀਤ ਚੰਨੀ? ਤਾਂ ਜਿਹੜੇ ਉੱਥੇ ਬੈਠੇ ਨੇਗੇ ਸੋਨੀਆ ਗਾਂਧੀ, ਰਾਹੁਲ ਗਾਂਧੀ, ਤਾਂ ਉਹਨਾਂ ਦੀ ਗੱਲ ਕਿਉਂ ਮੰਨਦਾ? ਕਹੇ ਕਿ ਮੈਂ ਪੰਜਾਬ ਦੇ ਲੋਕਾਂ ਨਾਲ, ਮੈਂ ਉਹਦੇ ਭਾਈਚਾਰੇ ਨਾਲ ਆ ਖੜਾ, ਤੁਹਾਡੇ ਨਾਲ ਆ ਖੜਾ। ਆ ਕੋਈ ਖੜਨ ਦੀ ਕਿਸੇ ਦੀ ਜ਼ਰੂਰਤ ਨਹੀਂ ਹੈਗੀ। ਹਰ ਇੱਕ ਬੰਦਾ ਉਹਦੇ ਸਵਾਰਥਾਂ ਕਰਕੇ ਤੁਰਿਆ ਫਿਰਦਾ। ਇੱਥੇ ਕਿਸੇ ਨੂੰ ਲਾਲਚ ਹੋਊਗਾ ਵੀ ਮੈਂ ਕਾਂਗਰਸ ਦੀ ਸਰਕਾਰ ਬਣ ਜੂਗੀ, ਮੈਂ ਲਾਲਚ ਨਾਲ ਮੈਂ ਕੰਮ ਲੈ ਲੂੰਗਾ, ਆਪਦੇ ਸਵਾਰਥਾਂ ਕਰਕੇ ਫਿਰਦੇ ਨੇਗੇ। ਉਹ ਤੁਹਾਨੂੰ ਭਰਮਾਇਆ ਜਾ ਰਿਹਾ, ਉਹ ਤੁਹਾਨੂੰ ਭਰਮਾਇਆ ਜਾ ਰਿਹਾ। ਲੋਕੋ ਜਾਗਰੂਕ ਹੋ ਜਾਓ, ਸਿੱਖ ਲਓ ਕੁਛ। ਪਰ ਤੁਹਾਡੇ ਲੋਕਾਂ ਚੋਂ ਨਹੀਂ ਜਾਗਰੂਕਤਾ ਨਹੀਂ ਪੈਦਾ ਹੋਈ। ਆਪੋ ਆਪਣੇ ਸਵਾਰਥਾਂ ਕਰਕੇ ਗਲਾਂ ਦੇ ਵਿੱਚ ਪੱਟੀਆਂ ਪਾਈ ਖੜੇ ਨੇਗੇ। ਆਪੋ ਆਪਣੇ ਲਾਲਚ ਨੇਗੇ ਵੀ ਮੈਂ ਉਹਨੂੰ ਫੋਨ ਕਰਾਉਂਗਾ, ਮੈਂ ਐਸਐਚਓ ਨੂੰ ਫੋਨ ਕਰਾਉਂਗਾ ਐਮਐਲਏ ਤੋਂ, ਮੈਂ ਡੀਸੀ ਨੂੰ ਫੋਨ ਕਰਾਉਂਗਾ। ਆਪੋ ਆਪਣੇ ਨਿੱਜੀ ਸਵਾਰਥਾਂ ਕਰਕੇ ਖੜੇ ਨੇਗੇ। ਹੋਰ ਤੁਹਾਡੇ ਕਰਕੇ ਨਹੀਂ ਖੜੇ। ਪਤਾ ਵੀ ਅਸੀਂ ਨਿੱਜੀ ਸਵਾਰਥ ਲਵਾਂਗੇ, ਲਾਲਚਾਂ ਕਰਕੇ ਖੜੇ ਨੇਗੇ। ਜੇ ਖੜਾ ਨਾ ਤੁਹਾਡੇ ਲਈ ਮੈਂ ਖੜਾ, ਆ ਖੜਾ ਇਹਨਾਂ ਨੂੰ। ਇਹ ਸਰਪੰਚੀਆਂ, ਇਹ ਚੇਅਰਮੈਨ ਨੇ ਤਾਂ ਮੇਰੇ ਲਈ ਬੜੀਆਂ ਛੋਟੀਆਂ ਗੱਲਾਂ ਨੇਗੀਆਂ, ਬੜੀਆਂ ਛੋਟੀਆਂ ਗੱਲਾਂ ਨੇਗੀਆਂ। ਹਾਂਜੀ ਮੇਰੀ ਗੱਲ ਸੁਣ। ਨਹੀਂ ਕੋਈ ਨਹੀਂ ਤਰੀਕਾ ਜੀ, ਮੇਰਾ ਪਿੰਡ ਹੈ ਜੀ। ਸ਼੍ਰੀਮਾਨ ਜੀ ਤੁਸੀਂ ਪੜ੍ਹੇ ਲਿਖੇ ਹੋ, ਮੇਰਾ ਪਿੰਡ ਹੈ। ਕੋਈ ਨਹੀਂ ਪਾਉਂਦੇ ਮੇਰੀ ਗੱਲ। ਹਾਂ ਐਵੇਂ ਕਿਉਂ ਕਰਦੇ ਹੋ ਸ਼੍ਰੀਮਾਨ ਜੀ? ਤੁਸੀਂ ਮੇਰੇ ਨਾਲ ਧੱਕਾ ਕਰੀ ਜਾਂਦੇ ਹੋ। ਮੇਰੀ ਗੱਲ ਸੁਣ ਲੈ, ਜਿੱਥੇ ਵੀ ਤੁਹਾਡੇ ਪੰਜਾਬ ਪੁਲਿਸ ਦੀ ਕਿਤੇ ਗੱਲ ਹੋ ਨਾ, ਮੈਂ ਮੂਹਰੇ ਤੁਹਾਡੇ ਬੱਚਿਆਂ ਲਈ ਵੀ ਮਰਨ ਨੂੰ ਤਿਆਰ ਹਾਂ। ਮੈਂ ਮਰਨ ਨੂੰ ਤਿਆਰ ਹਾਂ। ਤੇਰੇ ਨਾਲ ਸਹਿਮਤ। ਤੁਹਾਡੇ ਲਈ ਅਫਸਰ ਨਹੀਂ ਕੋਈ ਛੁੱਟਣਾ ਕੋਈ ਆ ਕੇ ਹਾਂ ਨਹੀਂ ਖੜੋ, ਲੀਡਰ ਨਹੀਂ ਖੜੂਗਾ। ਮੈਂ ਨਾ ਤੇਰੀਆਂ ਫੇਸਬੁੱਕ ਤੇ ਹੀ ਦੇਖੀਆਂ ਪੁਲਿਸ ਦੀ, ਤੁਸੀਂ ਉਦੋਂ ਵੀ ਕਿੰਨੀ ਵਧੀਆ ਗੱਲ ਬਣਾਈ ਆ ਪੁਲਿਸ ਦੇ ਪੱਖ 'ਚ ਵੀ ਮੈਂ ਦੱਸਿਆ ਨਾ ਉਹ ਲੀਡਰਾਂ ਦੀ ਜਿਹੜੀ ਦੱਸੀ ਆ ਨਾ ਵੀ ਆ ਲੀਡਰ ਛੁੱਟਣਾ ਆ ਉੱਤੋਂ ਹੋਣ ਦਾ। ਸ਼੍ਰੀਮਾਨ ਜੀ ਕਿਉਂ? ਲੈ ਮੈਂ ਤਾਂ ਬੰਦ ਕਰ ਦੇਣਾ, ਮੈਂ ਤਾਂ ਕੋਈ ਚੱਕਰ ਨਹੀਂ। ਪਰ ਐਵੇਂ ਕਿਉਂ ਕਰਦੇ ਹੋ ਤੁਸੀਂ? ਇੱਕ ਦਿਲ ਤੇ ਹੱਥ ਧਰ ਕੇ ਦੱਸ ਦਿਓ ਵੀ ਲੀਡਰ ਝੂਠੇ ਨੇ ਕਿ ਮੈਂ ਝੂਠਾ। ਮਰਨਾ ਕਬੂਲਣਾ ਪੱਟਾ ਯਾਰ, ਖੜਦਾ ਯਾਰ। ਕਿਵੇਂ ਯਾਰ? ਗੱਲ ਕਰ ਲਾ, ਫਿਰ ਜਿਵੇਂ ਮਰਜ਼ੀ ਕਰ ਲਈ। ਇੱਕ ਵਾਰੀ ਆਪਾਂ ਗੱਲ ਕਰ ਲਈਏ ਮੇਰੇ ਜੇ ਨਹੀਂ ਸਾਡੇ ਨਾਲ ਅਸੀਂ ਤੇ ਕੋਈ ਸਹਿਮਤ ਹੈ ਯਾਰ। ਅਸੀਂ ਤੈਨੂੰ ਸਹਿਮਤ, ਤੂੰ ਸਾਡੇ ਆ ਸਪੀਕਰ ਵਾਲੀ ਮਨਜ਼ੂਰੀ ਵਾਲੀ ਕਿਹੜੀ ਗੱਲ ਹੋਈ? ਇੱਕ ਮਿੰਟ, ਸਪੀਕਰ ਵਾਲੀ ਮੇਰਾ ਪਿੰਡ ਹੈ, ਸਾਡਾ ਆ ਗੁਰੂ ਘਰਾਂ ਦੇ ਇਹਨਾਂ ਦੀ ਕੋਈ ਮਨਜ਼ੂਰੀ ਨਹੀਂ ਹੈਗੀ। ਕੋਈ ਨਹੀਂ ਯਾਰ। ਫਿਰ ਆ ਨਾ ਤੁਸੀਂ ਕਹੋ। ਉਹ ਮੇਰੀ ਗੱਲ ਸੁਣ ਲੈ, ਲੱਗਾ ਮੈਨੂੰ ਫੜ ਕੇ ਲੈ ਯਾਰ। ਮੈਂ ਗੱਲ ਮੜ ਜਾਂ ਸਪੀਕਰ ਵਾਲੀ ਗੱਲ ਕਰਨੀ, ਮੈਨੂੰ ਅੰਦਰ ਹੀ ਲੈ ਕੇ ਜਾਓਗੇ, ਮੈਨੂੰ ਮੇਰੇ ਤੇ ਪਰਚਾ ਪਾਓਗੇ। ਯਾਰ ਸੁਣੇ ਮੰਨੀ ਦੀ ਵੀ ਪਿੰਡ ਵਾਲੇ ਮੰਨਾ ਕਰਾ ਇਹਨਾਂ ਦੀ ਗੱਲ। ਮੈਂ ਪਿੰਡ ਵਾਲੇ ਤੋਂ ਪੁੱਛਣਾ, ਪਿੰਡ ਵਾਲੇ ਮੰਨਾ ਕਰਾ ਗੱਲ ਬਾਈ। ਮੰਨੀ ਨਾ ਮੈਂ ਨਹੀਂ ਮੰਨਦਾ। ਇਹ ਪਿੰਡ ਵਾਲੇ ਨੇ ਕਹਿੰਦਾ ਮੈਂ ਨਹੀਂ ਮੰਨਦਾ ਯਾਰ, ਮੈਂ ਨਹੀਂ ਮੰਨਦਾ, ਮੈਂ ਨਹੀਂ ਮੰਨਦਾ, ਮੈਂ ਨਹੀਂ ਮੰਨਦਾ, ਮੈਂ ਨਹੀਂ ਮੰਨਦਾ, ਮੈਂ ਨਹੀਂ ਮੰਨਦਾ। ਤੁਸੀਂ ਕਹਿੰਦਾ ਪਿੰਡ ਵਾਲੇ ਮੈਂ ਨਹੀਂ ਮੰਨਦਾ, ਮੈਂ ਨਹੀਂ ਮੰਨਦਾ, ਮੇਰੀ ਮਨਜ਼ੂਰੀ ਹੈ। ਮੇਰਾ ਪਿੰਡ ਨੇ ਕਹਿੰਦਾ ਮੈਂ ਨਹੀਂ ਮੰਨਦਾ, ਮੇਰੇ ਪਿੰਡ ਨੇ ਕਹਿੰਦਾ ਮੈਂ ਨਹੀਂ ਮੰਨਦਾ।
ਮੈਂ ਡੀਐਸਪੀ ਬਰਨਾਲਾ ਤੁਹਾਡੇ ਕੋਲ ਮੇਰੀ ਤੁਹਾਡੇ ਨੂੰ ਸਾਰਿਆਂ ਨੂੰ ਇੱਕ ਵਾਰੀ ਬੇਨਤੀ ਹੈ ਹੱਥ ਜੋੜ ਕੇ ਇੱਕ ਵਾਰੀ ਅਸੀਂ ਤੁਹਾਡੇ ਭਾਨੇ ਭਰਾ ਨਾਲ ਗੱਲ ਕਰ ਲਈਏ ਫਿਰ ਜਿਵੇਂ ਤੁਸੀਂ ਕਹੋਗੇ ਉਵੇਂ ਆਪਾਂ ਕਰ ਲਾਂਗੇ ਜਿਵੇਂ ਤੁਸੀਂ ਕਹੋਗੇ ਤੁਸੀਂ ਸਾਰੇ ਸਾਡੇ ਪਰਿਵਾਰਕ ਮੈਂਬਰ ਹੋ ਆਪਾਂ ਸਾਰੇ ਆਪਾਂ ਸਾਰੇ ਇੱਕ ਮਿੰਟ ਆਪਾਂ ਸਾਰੇ ਪਰਿਵਾਰਕ ਮੈਂਬਰ ਆ ਆਪਾਂ ਸਾਰੇ ਭਾਈਬੰਦੀ ਚ ਇਹ ਮੇਰੀ ਰਿਕੁਐਸਟ ਸਾਰੇ ਕੋਈ ਸਮਝ ਲਓ ਇੱਕ ਵਾਰੀ ਅਸੀਂ ਗੱਲ ਕਰ ਲਈਏ ਆਪਾਂ ਫਿਰ ਕਿਤੇ ਕਹੋਗੇ ਕਰ ਲਾਂਗੇ ਪਿੰਡਾਂ ਨੇ ਦੱਸੋ ਵਾਰੀ ਕਿਵੇਂ ਕਰਾਂ ਇੱਕ ਮਿੰਟ ਕਰਕੇ ਦੱਸ ਦੋ ਵੀ ਗੱਲ ਕਰਾਇਆ ਨਾ ਨਾ ਇੱਥੇ ਕਰਾਂ ਮੈਂ ਇੱਕ ਪਹਿਲਾ ਬੰਦਾ ਆਊਗਾ ਆ ਦਿਖਾਓ ਇਹ ਲੋਕ ਸਾਰੇ ਦਿਖਾਓ ਮਜਬੂਰੀ ਤਾਂ ਸੁਣ ਲਾ ਨਾ ਹੋਰ ਗੱਲ ਨਾ ਕਰ ਸਕਦਾ ਤੂੰ ਮਜਬੂਰੀ ਤਾਂ ਸੁਣ ਲਾ ਪਹਿਲੀ ਮੰਗ ਤਾਂ ਹੈ ਸਾਡਾ ਨਰਮੇ ਦਾ ਮੁਆਵਜ਼ੇ ਦਾ ਵਾਅਦਾ ਕਰਿਆ ਸੀ ਜੇ ਖਜ਼ਾਨੇ ਦੇ ਵਿੱਚ ਨਹੀਂ ਪੈਸਾ ਹੈਗਾ ਸੀਗਾ ਸਿੱਧਾ ਕਹਿੰਦੇ ਵੀ ਭਾਈ ਖਜ਼ਾਨੇ 'ਚ ਪੈਸਾ ਨਹੀਂ ਹੈਗਾ ਅਸੀਂ ਨਰਮੇ ਦਾ ਮੁਆਵਜ਼ਾ ਨਹੀਂ ਦਿੰਦੇ ਦੂਜੀ ਗੱਲ ਅਸੀਂ ਸਭ ਤੋਂ ਵੱਡੀ ਗੱਲ ਜਿਹੜਾ ਤੁਹਾਡੇ ਲਈ ਗਏ ਪੰਜਾਬ ਪੁਲਿਸ ਲਈ ਗਏ 300 ਬੰਦਾ ਜਾਲੀ ਬਾਹਰਲਾ ਭਰਤੀ ਕੀਤਾ ਗਿਆ ਸਾਨੂੰ ਮੇਰੇ ਬੈਠੇ ਤੇ ਮੇਰੇ ਲੱਖੇ ਸਿੰਘ ਸਧਾਣੇ ਤੇ ਮੇਰੇ ਬੈਠੇ ਤੋਂ ਫੋਨ ਲਾਇਆ ਡੀਜੀਪੀ ਨੂੰ ਵੀ ਤੁਸੀਂ ਫਾਈਲ ਲਿਆਓ ਜੀ ਵੀ ਫਾਈਲ ਲਿਆਓ ਜਿਹੜਾ 250 ਬੰਦਾ ਬਾਹਰਲਾ ਤੁਹਾਡੀ ਪੰਜਾਬ ਪੁਲਿਸ ਦਾ ਕੰਮ ਕਰਾਉਣਾ ਵੀ 250 ਬੰਦਾ ਜਿਹੜਾ ਬਾਹਰਲਾ ਬਾਦਲ ਨੇ ਭਰਤੀ ਕਰਿਆ ਤੇ 50 ਬੰਦੇ ਜਿਹੜੇ ਕੈਪਟਨ ਨੇ ਭਰਤੀ ਕਰੇ ਉਹਦੀ ਫਾਈਲ ਲਿਆਓ ਸਾਨੂੰ ਕਹਿੰਦਾ ਜੀ ਅਸੀਂ 2 ਦਿਨਾਂ ਦੇ ਵਿੱਚ ਅਸੀਂ ਬਾਹਰ ਕੱਢ ਦਾਂਗੇ ਜਿਹੜੇ ਬੰਦੇ ਬਾਹਰਲੇ ਭਰਤੀ ਕਰੇ ਸੀਐਮ ਸੁਣ ਲਓ ਮੇਰੀ ਗੱਲ ਇਹ ਤੁਸੀਂ ਹੋ ਸਕਦਾ ਵੀ ਤੁਸੀਂ ਆਪਣੇ ਭਰਾ ਨੂੰ ਨਾ ਮੰਨੋ ਇੱਕ ਮਿੰਟ ਲਿਆਤੀ ਫਾਈਲ ਤੇ ਅਸੀਂ ਜਦੋਂ ਦੁਬਾਰਾ ਪੁੱਛਿਆ ਕਹਿੰਦਾ ਇਹ ਮਸਲਾ ਮੈਂ ਨਹੀਂ ਹੱਲ ਕਰ ਸਕਦਾ ਸਾਨੂੰ ਕਿਉਂ ਕਿਹਾ ਸੀਗਾ ਫਿਰ ਜੇ ਇੱਕ ਮੇਰੀ ਗੱਲ ਸੁਣੋ ਬੰਗਾਲ ਦੀ ਜਿਹੜੀ ਮਮਤਾ ਨਾ ਜਿਹੜੀ ਬੰਗਾਲ ਦੀ ਮੁੱਖ ਮੰਤਰੀ ਹੈ ਈਡੀ ਨੂੰ ਅੰਦਰ ਪਾ ਲਿਆ ਸੀ ਉਹਨੇ ਬੰਦੇ ਜਿਹੜੇ ਉਹਨੇ ਵੀ ਕੱਢੇ ਸੀਗੇ ਬਾਹਰ ਜਿਹੜੀ ਉਹਦੇ ਵਿੱਚ ਸੀਐਮ ਦੇ ਵਿੱਚ ਭਰਤੀ ਹੋਈ ਸੀ ਸੀਐਮ ਕੋਲ ਜੁਰਤਾ ਕਿ ਉਹ ਬੰਦੇ ਬਾਹਰਲੇ ਭਰਤੀ ਕੱਢ ਸਕਦਾ ਦੂਜੀ ਗੱਲ ਸੁਣੋ 36000 ਨੌਕਰੀ ਵਾਲਾ ਵਾਅਦਾ ਕਰਿਆ ਕੱਚੇ ਮੁਲਾਜ਼ਮਾਂ ਦਾ ਵਿੱਚ ਹੀ ਪੰਜਾਬ ਪੁਲਿਸ ਵਾਲੇ ਮੁੰਡੇ ਨੇ ਉਹ ਸੁਣ ਲਓ ਪੰਜਾਬ ਪੁਲਿਸ ਵਾਲੇ ਤੁਸੀਂ ਮੇਰੇ ਭਰਾ ਹੋ ਸੁਣ ਲਓ ਜਿਹੜਾ 36000 ਮੁਲਾਜ਼ਮਾਂ ਦਾ ਵਾਅਦਾ ਕਰਿਆ ਇੱਕ ਵੀ ਮੁਲਾਜ਼ਮ ਪੱਕਾ ਨਹੀਂ ਹੋਇਆ 36000 ਮੁਲਾਜ਼ਮਾਂ ਵਾਲਾ ਇੱਕ ਵੀ ਮੁਲਾਜ਼ਮ ਪੱਕਾ ਨਹੀਂ ਹੋਇਆ ਹੱਲ ਬਈ ਆਪਾਂ ਨੂੰ ਕੱਢਣਾ ਪੈਣਾ ਡੀਐਸਪੀ ਸਾਹਿਬ ਆਪਾਂ ਨੂੰ ਕੱਢਣਾ ਪੈਣਾ ਆਪਾਂ ਟਰਾਈ ਕਰਦੇ ਆ ਮੈਂ ਇੱਥੇ ਲੋਕਾਂ ਨੂੰ ਪੁੱਛਣਾ ਵੀ ਦੱਸ ਆਪਾਂ ਹੁਣ ਕੀ ਕਰਨਾ ਹੈ ਆਪਾਂ ਅੱਗੇ ਕੀ ਓਏ ਤਾਰਾ ਪੁੱਟ ਓ ਤਾਰਾ ਕਿਉਂ ਪੱਟਦੇ ਹੋ ਯਾਰ ਤਾਰਾ ਕਿਉਂ ਪੱਟਦੇ ਹੋ ਖੜਿਆ ਬਾਈ ਬੰਦ ਰੱਖ ਕੋਈ ਗੱਲ ਯਾਰ ਹੋਦਾ ਹੋਰ ਮੜਾ ਟੇਕੇ ਬੜੀ ਗੱਲ ਟੇਕੇ ਕਰ ਕੋਈ ਨਾ ਟੇਕੇ ਕਰ ਇੱਧਰ ਕਰ ਲਾ ਯਾਰ ਇੱਧਰ ਕੱਢ ਦੇ ਹੋਰ ਇਹਨੂੰ ਕੱਟੋ ਓਏ ਕੰਡੀ ਜਾਣ ਦੇ ਤਾਂ ਬੰਦ ਕਰ ਲੈ ਵੱਡੇ ਟਿਕਾਈ ਨਾ ਭਾਈ ਟਿਕਾਈ ਨਾ ਚੱਲ ਇਸ ਬਾਲ ਚੱਲਾਂਗੇ ਓਏ ਹਾਂ ਦੇ ਨਾਲ ਚੱਲ ਵੀ 1 ਮੀਟਰ ਵਾਲਾ ਵੀ ਸਵਾਲ ਪੁੱਛੀ ਠੀਕ ਹੈ ਕਿੱਥੇ ਮਾਫ ਹੋਏ ਨੇ ਠੀਕ ਹੈ ਸਬਸਿਡੀ ਕਹਿੰਦੇ ਅਗਲੇ ਮਹੀਨੇ ਤੋਂ ਲਾਗੂ ਹੋਊ ਤੁਸੀਂ ਯਾਰ ਸਾਰਿਆਂ ਨੂੰ ਜਦ ਕਹਿ ਰਹੇ ਆ ਵੀ ਬੁਲਾਵਾਂਗੇ ਬਸ ਬਾਈ ਠੰਡਾ ਰਹੀ ਮੈਂ ਤੁਹਾਨੂੰ ਸਿੱਧੀ ਗੱਲ ਜਮਾ ਟਿਕਾਈ ਨਾ ਕੁਛ ਮਰਜ਼ੀ ਹੋ ਜਾਵੇ ਬਿਲਕੁਲ ਠੰਡੇ ਤੋਂ ਬਾਹਰ ਠੀਕ ਹੈ ਨਹੀਂ ਰਾਵਾ ਨਹੀਂ ਪਾਉਂਦੀ ਚੰਡੇ ਤਾਂ ਚੱਕ ਲਣਾ ਓਏ ਦੁਨੀਆ ਨਾਲ ਚੱਕੋ ਕੰਡ ਚੱਕ ਪੰਜਾਬ ਦਾ ਰੌਲਾ ਨਾ ਪਾਓ ਬਸ ਇੱਥੇ ਰੋਡ ਤੋਂ ਇੱਥੇ ਚੌੜ ਨਾ ਕਰੋ ਇਹ ਗੱਲ ਚੌੜ ਵਾਲੀ ਨਹੀਂ ਹੈਗੀ ਹੋਰ ਕਿਸੇ ਨੇ ਕੁਝ ਨਹੀਂ ਕਰਨਾ ਕੋਈ ਤਾਂ ਗੱਲ ਚੌੜ ਨਾ ਕਰੋ ਬੇਇੱਜ਼ਤੀ ਨਾ ਕਰਾ ਦਿਓ ਬਾਈ ਬਣ ਕੇ ਕੱਲਾ ਬਾਈ ਕੋਈ ਗੱਲ ਨਹੀਂ ਨਾ ਨਾ ਕੋਈ ਨਾ ਗੱਲ ਨਾ ਜੇ ਗੱਲ ਕਰਨਗੇ ਗੱਲ ਕਰਨੀ ਆ ਬਾਈ ਬੋਲਣਾ ਨਹੀਂ ਕਿਸੇ ਨੇ ਨਹੀਂ ਬੋਲਣਾ ਉਹ ਨਹੀਂ ਸਾਹਮਣੇ ਲੈਬ ਤਾਂ ਹੋਣਗੇ ਬੰਦ ਕਿਉਂ ਹੋਇਆ
ਲਾਈਵ ਤਾਂ ਹੋਣਗੇ ਮੋਬਾਈਲ ਤੇ ਵੀਡੀਓ ਆ ਮੋਬਾਈਲ ਤੇ ਆਜੂਗਾ ਇਹ ਵੀ ਬੰਦਾ ਪਰ ਇਹ ਝੰਡਾ ਉੱਤੇ ਤੱਕ ਵੀ ਕਿਤੇ ਕੋਈ ਗੱਲ ਨਹੀਂ ਜ਼ਰੂਰੀ ਟੈਨਸ਼ਨ ਬੋਲਦਾ ਇਹ ਗੱਲ ਕਰ ਰਿਹਾ ਜੀ ਕਰਦਾ ਨਹੀਂ ਕੰਨਾ ਗੱਲ ਤਾਂ ਇਹੀ ਕਰੂ ਯਾਰ ਹੁਣ ਆਪਾਂ ਨੂੰ ਕੀ ਪਤਾ ਕੀ ਬੋਲਾਂਗੇ ਆਪਾਂ ਨੂੰ ਲੱਭੇ ਖੜੇ ਆ ਜੇ ਸੁਣਦਾ ਲੋਕ ਨਾ ਪਹਿਲਾਂ ਆਪਾਂ ਪਾਣੀ ਮੈਦਾਨ ਚ ਖੜਾਓ ਆਪਾਂ ਨਹੀਂ ਬਣਾਓ ਪਾਣੀ ਪੀ ਲਾ ਆ ਨਿੱਘਾ ਜਿਹਾ ਪਾਣੀ ਆ ਪਾਣੇ ਓਏ ਨਰਮੇ ਤੇ ਸਾਨੂੰ ਦੀ ਬੁੜੀਆਂ ਨੂੰ ਦੇ ਦੇ ਓਕੇ ਅਗਲਾ ਫੜਾ ਦੇ ਖਾਲੀ ਵੀਰੇ ਉੱਪਰ ਹੀ ਆ ਇਹਨਾਂ ਦੀ ਡਿਊਟੀ ਹੈ ਪਰ ਯਾਰ ਇਹਨਾਂ ਦੀ ਹੱਕ ਬਣਦਾ ਜੀ ਆ ਮੇਰੇ ਨਾਲ ਮੁੰਡਾ ਕੰਮ ਕਰਨਾ ਮੈਂ ਤਾਂ ਅਸਤਾਵ ਦੀ ਕੋਠੇ ਆ ਜੀ ਘਰ ਪਿੰਡ ਚ ਪੁੱਛਦੇ ਵੀ ਗੱਲ ਅਸੀਂ ਕਿਉਂ ਕੋਠੀ ਘੇਰਦੇ ਆ ਹਾਂ ਪਿੰਡ 'ਚ ਖੜਨ ਦਾ ਹੱਕ ਬਣਦਾ ਸਾਡਾ ਪੁੱਛਦੇ ਆ ਵੀ ਕੀ ਗੱਲ ਬਾਤ ਸਾਡੀ ਨਾਲ ਹੈ ਕੋਈ ਗੱਲ ਨਹੀਂ ਛੋਟੀ ਵੀ ਮਜਬੂਰੀ ਸਮਝਦੇ ਆ ਯਾਰ ਪੁਲਿਸ ਵੀ ਸਾਡੀ ਭਾਈਚਾਰਾ ਖੜੇ ਕੋਈ ਸੀ ਉਹ ਚਾਂਟੇ ਦੇ ਮੋੜੀ ਨੇ ਪਹਿਲਾਂ ਤਾਂ ਉਹਦੇ ਠਾਉ ਬਾਬਾ ਸਿੰਘ ਵਾਲਾ ਕਿਹੜਾ ਮੰਦਰਾ ਕੰਟਰੋਲ ਰੱਖ ਉਹ ਬਾਅਦ ਚ ਗੱਲ ਕਰਿਆ ਪਿੰਡ ਦਾ ਮਸਲਾ 40 ਬੁੜੀਆਂ ਆ ਗਏ ਹਾਂ ਬੁੱਲੇ ਕੁੱਤ ਜਾ ਕੇ ਬੁੱਲੇ ਹੋਣਾ ਕੋਟ ਦੇ ਨਾਮ ਤੇ ਹੀ ਜਗ੍ਹਾ ਜਮਾ ਕਰ ਉਹਦਾ ਕੰਮ ਤੇਰੇ ਮੋਢੇ ਦਾ ਬਸੂ ਆਇਆ ਇਹਦਾ ਚੱਕਰ ਤਾਂ ਕੋ ਚੱਲ ਲੈਂਦੇ ਕਰਦਾ ਚੜ ਮੋਢਾ ਚੜ ਜਾ ਗੱਲ ਦਾ ਮੈਂ ਮੜਾ ਮੇਰਾ ਕਦਲ ਮਾਮਾ ਚ ਆ ਬੱਸ ਦੇ ਪਰਲੇ ਪਾਸੇ ਰੋਡ ਤੋਂ ਇੱਧਰ ਕਰ ਲੈਂਦੇ ਰੋਡ ਤੋਂ ਪਿੱਛੇ ਹੋ ਜਾਂਦਾ ਆਪਾਂ ਬੈ ਗੇਰ ਪਾਲੋ ਮੜਾਇਆ ਕਲਪਨ ਉਰਾ ਪਾਣੀ ਕੱਢ ਜਾਏਗੇ ਬੜਾ ਪਿੱਛੇ ਹੋ ਜਾ ਓਏ ਬੜਾ ਪਿੱਛੇ ਹੋ ਜਾ ਪਿੱਛੇ ਓਏ ਪਿੱਛੇ ਹੋ ਜਾ ਪਿੱਛੇ ਹੋ ਜਾ ਤੁਹਾਡੇ ਘਰੇ ਹੋਇਆ ਕਾਹਨੂੰ ਕੈਸ਼ ਹੋ ਗਿਆ ਕਮਾਲ ਕਰਿਓ ਮੈਂ 100 ਸਾਲ ਕਹਿਣਾ ਉਹਨੇ ਜੋਗਰਾ ਅਸੀਂ ਜਾ ਕੇ ਤੁਹਾਡੀ ਬਾਜ਼ ਬੰਦ ਕਰਿਆ ਜਿਹਦੀ ਵੀ ਮੇਰੇ ਭਰਾ ਦੀ ਜ਼ਮੀਨ ਜਾ ਕੇ ਮੈਂ ਕੋਈ ਵੀ ਮੈਂ ਐਡਾ ਬੇਵਕੂਫ ਨਹੀਂ ਹੈਗਾ ਮੈਂ ਪੜਿਆ ਲਿਖਿਆ ਹੁੰਦਾ ਮੈਨੂੰ ਸਵਾਲ ਇੱਕ ਵਾਰੀ ਪੁੱਛਿਆ ਤੁਹਾਡੇ ਵੀ ਲੜ ਰਿਹਾ ਤੁਹਾਡੇ ਵੀ ਜਵਾਬ ਦੇ ਤੁਸੀਂ ਵੀ ਪੰਜਾਬ ਦੇ ਵਿੱਚ ਹੀ ਰਹੋ ਮੈਂ ਬੇਨਤੀ ਕਰਦਾ ਮੈਂ ਕੋਈ ਵੀ ਇਹੋ ਜਿਹਾ ਬੇਵਕੂਫ ਨਹੀਂ ਮੈਂ ਜੱਜ ਕਰੂੰਗਾ ਜਿੰਨਾ ਟਾਈਮ ਅਸੀਂ ਇਹਨਾਂ ਲੀਡਰਾਂ ਨੂੰ ਸਵਾਲ ਨਹੀਂ ਪੁੱਛਣ ਲੱਗਦੇ ਉਹਨਾਂ ਟਾਈਮ ਸਾਡੇ ਪੰਜਾਬ ਦਾ ਭਲਾ ਨਹੀਂ ਹੋ ਸਕਦਾ ਮੇਰੀਆਂ ਭੈਣਾਂ ਖੜੀਆਂ ਨੇ ਪੰਜਾਬ ਕੋਲ 15 ਮਿੰਟ ਤੱਕ ਆ ਜਾਵਾਂਗੇ ਤੁਸੀਂ ਤੁਹਾਡੀ ਕਮਾਈ ਲੱਖ ਰੁਪਏ ਦੀ ਤਨਖਾਹ ਪਰ ਇਹਨਾਂ ਦੀਆਂ ਤਨਖਾਹਾਂ ਕਿੰਨੀਆਂ ਨੇ 10-10 ਕਰੋੜ ਰੁਪਏ ਇਹਨਾਂ ਦੇ ਘਰੋਂ ਫੜਿਆ ਜਾਂਦਾ ਤੁਸੀਂ ਸੋਚੋ ਅਸੀਂ 24-24 ਘੰਟੇ ਨੌਕਰੀ ਕਰਦੇ ਆ ਇਹ ਅਸੀਂ 24-24 ਘੰਟੇ ਨੌਕਰੀ ਕਰਦੇ ਆ ਇਹ ਕੀ ਹੁੰਦਾ ਇਹ 4 ਮਹੀਨੇ 3 ਮਹੀਨੇ ਨੌਕਰੀ ਕਰਦੇ ਨੇ 3 ਮਹੀਨੇ ਨੌਕਰੀ ਕਰਦੇ ਨੇ ਆਉਂਦੇ ਲੋਕਾਂ ਨੂੰ ਵੋਟਾਂ ਵੇਲੇ ਗੱਪ ਦੇ ਕੇ ਝੂਠੇ ਵਾਅਦੇ ਦੇ ਕੇ ਦੇ ਜਾਂਦੇ ਇਸ ਕਰਕੇ ਮੇਰੀ ਪ੍ਰਸ਼ਾਸਨ ਨੂੰ ਬੇਨਤੀ ਹੈ ਜਿਹੜੇ ਤੁਸੀਂ ਮੇਰੇ ਬੜੇ ਸਰਕਾਰ ਹੋ ਮੇਰੇ ਸਰਕਾਰ ਦੇ ਪੰਜਾਬ ਉਦੋਂ ਤਰੱਕੀ ਦੇ ਰਸਤੇ ਤੇ ਆਊਗਾ ਜਦੋਂ ਪੰਜਾਬ ਗੱਲ ਸਹੀ ਆ ਬਈ ਆ ਗੱਲ ਚੁੱਪ ਕਰ ਦਿਓ ਉਹ ਬੋਲੋ ਨਾ ਓਏ ਇਸ ਕਰਕੇ ਆਪਾਂ ਆਪਣੇ ਪੰਜਾਬ ਦੇ ਮੁੱਦਿਆਂ ਨੂੰ ਹੱਲ ਕਰੀਏ ਪੰਜਾਬ ਦੇ ਲੋਕਾਂ ਨੂੰ ਜਾਗਰੂਕਤਾ ਆਵੇ ਸਭ ਤੋਂ ਵੱਧ ਪੰਜਾਬ ਤੋਂ ਰੋਜ਼ ਮੁੱਦਾ ਆਇਆ ਰੋੜਾ ਨਾ ਮਾਰੇ ਕੋਈ
ਜਿਹਦਾ ਪੰਜਾਬ ਦੁਨੀਆ ਦਾ ਬੈਸਟ ਸੂਬਾ ਬਣ ਸਕਦਾ, ਦੁਨੀਆ ਦੇ ਇੱਕ ਨਕਸ਼ੇ ਤੇ ਚਮਕ ਸਕਦਾ। ਕਿਵੇਂ ਚਮਕ ਸਕਦਾ? ਜਿਹੜੇ ਕੈਨੇਡਾ ਅਮਰੀਕਾ ਦੇ ਵਿੱਚ ਸਾਡੇ ਨੌਜਵਾਨ ਜਾਂਦੇ ਨੇਗੇ, ਜਿਹੜੀਆਂ ਕੰਟਰੀਆਂ ਵਿੱਚ ਸਾਡੇ ਨੌਜਵਾਨ ਜਾਂਦੇ ਨੇ, ਉੱਥੇ ਗੋਡੇ ਪਈਆ ਪੰਜਾਬ ਕੋਲ ਕੁਦਰਤੀ ਪਾਣੀ, ਕੁਦਰਤੀ ਮਿੱਟੀ, ਕੁਦਰਤੀ ਹਵਾ ਜਿਹੜੀ ਪੰਜਾਬ ਕੋਲ ਪੂਰੀ ਦੁਨੀਆ ਕੋਲ ਨਹੀਂ ਹੈਗੀ। ਅੱਜ ਪੰਜਾਬ ਦੇ ਮੁੱਦੇ ਕੀ ਨੇਗੇ? ਕਿਸੇ ਨੂੰ ਇੱਥੇ ਮੈਨੂੰ ਬਰਾਬਰ ਕਰਨ, ਅੱਜ ਪੰਜਾਬ ਦੇ ਕੋਲ 17 ਸਾਲ ਦਾ ਪਾਣੀ ਰਹਿ ਗਿਆ। 17 ਸਾਲ ਦਾ ਪੰਜਾਬ ਕੋਲ ਪਾਣੀ ਹੈ। ਪੰਜਾਬ ਦੀ ਜਿਹੜੀ ਮਿੱਟੀ ਹੈ ਗਿੱਟ ਨਹੀਂ ਹੈਗੀ, ਜਿਹੜੀ ਪਿੱਛੇ ਹੋ ਰਿਹਾ ਤੇਰੀ ਜਗ੍ਹਾ ਲਈ ਖੜਾ। ਅੱਜ ਪੰਜਾਬ ਦੀ ਹਵਾ ਜਿਹੜੀ ਸਾਰੀ ਜ਼ਹਿਰੀਲੀ ਹੋ ਗਈ। ਕਾਬਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੰਤ ਤਿੰਨ ਚੀਜ਼ਾਂ ਨੂੰ ਧੰਨ ਸ੍ਰੀ ਗੁਰੂ ਨਾਨਕ ਦੇਵ ਨੇ ਪਾ ਦਿੱਤੀ ਹੈ। 75 ਇਹ ਕਿਸੇ ਦੇ ਕੋਲ ਮੁੱਦਾ ਹੈਗਾ ਕਿ ਪਾਣੀ ਬਚਾਉਣ ਵਾਲਾ, ਮਿੱਟੀ ਬਚਾਉਣ ਵਾਲਾ, ਹਵਾ ਬਚਾਉਣ ਵਾਲਾ। ਦੋ ਤਿੰਨ ਅਖਬਾਰ ਪੜ੍ਹਦਾ, ਮੈਂ ਕੋਈ ਅਨਪੜ੍ਹ ਨਹੀਂ ਹੈਗਾ, ਕੋਈ ਮੈਨੂੰ ਕਿਸੇ ਗੱਲ ਦਾ ਪਤਾ ਨਹੀਂ ਹੈਗਾ। ਛੋਟੇ ਨਾਲੋਂ ਪੰਜਾਬ ਪੁਲਿਸ ਨਾਲੋਂ ਮੈਂ ਵੱਧ ਪੈਸੇ ਕਮਾਉਣਾ, ਵੱਧ ਮੇਰੀ ਤਨਖਾਹ ਹੈ, ਵੱਧ ਮੈਂ ਪੈਸੇ। ਮੈਂ ਵੀ ਇਹ ਗੱਲ ਕਹਿਣਾ ਚਾਹੁੰਦਾ ਵੀ ਮੈਂ ਕਹਿੰਦਾ ਵੀ ਲੋਕੋ ਜਾਗੋ ਅੱਜ ਤਾਂ ਇਹ ਚੀਜ਼ ਦਾ ਹੋ ਪਾ ਗਿਆ ਜਾਗੋ। ਚੰਨੀ ਨੇ ਮੈਂ ਇੱਕ ਦੋ ਦਿਨ ਅੱਜ ਤਾਂ ਫੜ ਕੇ ਲੈ ਗਿਆ ਹੁੰਦਾ ਇਧਰੋਂ। ਜੇ ਅਸੀਂ ਮੈਂ ਕਿਹਾ ਕੰਮ ਕਰਨਾ ਹੁੰਦਾ, ਮੈਂ ਕਹਿੰਦਾ ਦਿਖਾਓ ਕਿਹੜਾ 5 ਲੱਖ ਮੈਂ ਮਹੀਨੇ ਅਸੀਂ ਕਮਾਉਂਦੇ। ਸਾਨੂੰ ਕੋਈ ਜ਼ਰੂਰੀ ਥੋੜਾ ਇੱਥੇ ਆ ਕੇ ਭਗਾਈ ਮਾਰਨੀ, ਗੱਲ ਬਹਿ ਗਿਆ ਸਾਰਾ। ਇਹ ਕਹਿੰਦੇ ਰਾਜਨੀਤੀ ਦੇ ਵਿੱਚ, ਰਾਜਨੀਤੀ ਤਾਂ ਮੈਨੂੰ ਪਹਿਲਾਂ ਕਾਂਗਰਸ ਕਹਿੰਦੇ ਜੀ ਲੈ ਕੀ ਲੈਣਾ। ਚੰਨੀਆਂ ਹੱਥ ਜੋੜ ਕੇ ਖੜਾ ਸੀਗਾ, ਚੰਨੀਆਂ ਹੱਥ ਜੋੜੀ ਖੜਾ ਸੀ ਲੱਖੇ ਮੂਰੇ ਵਾਲੇ ਮੂਰੇ, ਕਹਿੰਦਾ ਤੈਨੂੰ ਇੱਕ ਦੋ ਟਿਕਟਾਂ ਵੀ ਦੇ ਦਾਂਗੇ। ਲੱਖੇ ਦਾ ਸਭ ਤੋਂ ਨਜ਼ਦੀਕੀ ਕੰਮ ਆਇਆ, ਜੋ ਵੀ ਇੱਕ ਦੋ ਟਿਕਟਾਂ ਮਿਲਦੇ ਤਾਂ ਮੈਨੂੰ ਇਹ ਗੱਲਾਂ ਕਰਦੇ ਨੇ ਪੰਜਾਬ ਬਚਾਉਣ ਨੂੰ। ਮੈਂ ਕਹਿੰਦਾ ਵੀ ਅਸੀਂ ਜਿੱਥੇ ਬਹਿ ਕੇ ਕੋਈ ਮੁੱਦੇ ਦਾ ਹੱਲ ਹੋਵੇ, ਕਿਉਂ ਲੋਕਾਂ ਨੂੰ ਝੂਠ ਬੋਲਿਆ ਜਾ ਰਿਹਾ? ਇਹ ਮੁੱਦਿਆਂ ਦੀ ਲੜਾਈ ਆ, ਇਹ ਪੰਜਾਬ ਦੀ ਲੜਾਈ ਆ, ਇਹਨੂੰ ਸਮਝਣਾ ਪੈਂਦਾ। ਪੰਜਾਬ ਕੋਲੇ ਕੋਈ ਘਾਟਾ ਨਹੀਂ ਹੈ ਕਿਸੇ ਚੀਜ਼ ਦਾ। ਪੰਜਾਬ ਕੋਲੇ ਕੋਈ ਘਾਟਾ ਨਹੀਂ ਹੈਗਾ, ਇਸ ਕਰਕੇ ਚਾਹੁੰਦੇ ਆ ਵੀ ਭਾਈ ਚਾਹੁੰਦੇ ਜਾਗ। ਹੁਣ ਉਹ ਇੱਕ ਸਾਡਾ ਭਰਾ ਝੰਡਾ ਚੱਕੀ ਖੜਾ ਕਾਂਗਰਸ ਦਾ, ਮੇਰੇ ਕੋਲੇ ਆਇਆ, ਕਹਿੰਦਾ ਆਪਰੇਸ਼ਨ ਦੀ ਲੋੜ ਆ। ਉਹ ਮੁੰਡਾ ਮੇਰੇ ਨਾਲ ਪਹਿਲਾਂ ਤਾਂ ਮੈਨੂੰ ਪਈ ਗਿਆ 15,000, ਮੈਂ ਕਿਹਾ ਬਈ ਆਹ ਲੈ ਜਾ, ਮੈਂ 15,000 ਸੜੇ ਆਪਰੇਸ਼ਨ। ਆਹ ਹੁਣ ਮੁੰਡੇ ਦੀ ਇੱਥੇ ਰਮਦਾਸੇ ਸਿੱਖਣ ਦੀ ਲੱਤ ਪਈ ਹੋਈ ਹੈ, ਕਹਿੰਦਾ 1.5 ਲੱਖ ਲੱਗੂ। ਮੈਂ 1.5 ਲੱਖ ਦਾ 1.5 ਲੱਖ ਮੈਂ ਲਾਉਂ, 1.5 ਲੱਖ ਦਾ ਤੇਰੀ ਲੱਤ ਖਰਾਬ ਹੈ, 1.5 ਲੱਖ ਰੁਪਇਆ 1.5 ਲੱਖ ਰੁਪਇਆ ਮੈਂ ਉਹਦੇ ਕੋਲ ਲਾਉਂਗਾ, ਤੇਰੀ ਲੱਤ ਮੈਂ ਲਾਉਂਗਾ। ਲਿਆ ਕਿਤੇ ਚੰਨੀ ਦੀ ਜੁੱਤ ਹੋਵੇ, ਲਿਆਓ ਬਹੁਤ ਚੰਗਾ ਚੱਕੀ ਖੜਾ। ਮੇਰੇ ਹਾਨੀਆਂ ਨੇ ਮੇਰੇ ਤਾਂ ਬਾਹਰ ਤੱਕ ਮੈਂ ਖੜੇ ਪਰ ਕੋਈ ਨਹੀਂ ਪਾਇਆ। ਗਰਮ ਨਾ ਰੱਖੋ ਤਾਂ ਹੌਲੀ ਰੱਖ। ਮੈਂ ਗੱਲ ਸੁਣ ਜਿੰਨਾ ਤਾਂ ਪੰਜਾਬ ਦੇ ਨੌਜਵਾਨ ਜਾਗਰੂਕ ਨਹੀਂ ਹੁੰਦੇ, ਉਹਨਾਂ ਤਾਂ ਜਾਣਦੇ ਆ ਕਿ ਸਾਡੇ ਨਾਲ ਝੂਠੇ ਵਾਅਦੇ ਕੀਤੇ ਸੀਗੇ। ਸਭ ਤੋਂ ਪਹਿਲਾਂ ਮੈਂ ਆਪਣੇ ਪਿੰਡਾਂ ਦੀ ਗੱਲ ਕਰਦਾ। ਨਰਮੇ ਦਾ ਮੁਆਵਜ਼ੇ ਦੀ ਵਾਅਦਾ ਕੀਤਾ ਸੀਗਾ ਬਈ 1 ਰੁਪਏ ਨੇ ਆ ਚਾਂਦੀ ਚੰਨੀ ਸਿੱਧਾ ਕਹਿੰਦਾ ਪੰਜਾਬ ਦਾ ਖਜ਼ਾਨਾ ਖਾਲੀ ਹੈ, ਮੈਂ ਨਹੀਂ ਦੇ ਸਕਦਾ ਨਰਮੇ ਦਾ ਮੁਆਵਜ਼ਾ। 36,000 ਨੌਕਰੀ ਵਾਲੀ ਗੱਲ ਕਰੀ ਸੀ, ਇੱਕ ਬੰਦੇ ਨੂੰ 36,000 ਦੇ ਵਿੱਚ ਨੌਕਰੀ ਨਹੀਂ ਮਿਲੀ। ਅੱਛਾ ਬਾਈ ਹੁਣ ਮੈਂ ਹੋਰ ਆਉਣਾ, ਮੈਂ ਗੱਲ ਪੰਜਾਬ ਪੁਲਿਸ ਦੇ ਕਰਨਾ। ਮੇਰੇ ਭਰਾ ਜਿਹੜੇ ਮੇਰੇ ਸਾਹਮਣੇ ਖੜੇ, ਮੈਂ ਪੰਜਾਬ ਪੁਲਿਸ ਦੀ ਗੱਲ ਕਰਨੀ ਜ਼ਰੂਰੀ ਹੈ। ਮੈਂ ਇੱਥੇ ਇੱਕ ਮੈਕ ਲਾ ਕੇ ਬੋਲ ਰਿਹਾ, ਕਹਿੰਦੇ ਤੇਰੇ ਕੋਲ ਪਰਮਿਸ਼ਨ ਇੱਧਰ ਤੇ ਪਰਚਾ ਦਰਜ ਕਰਾਂਗੇ। ਕਰ ਲਓ ਬਾਈ। ਮੈਂ ਇਸ ਚੀਜ਼ਾਂ ਨੂੰ ਜਿਹੜੇ ਬੰਦਿਆਂ ਨੇ ਲੋਕਾਂ ਲਈ ਸਮਾਜ ਲਈ ਕਰਦੇ ਨੇ, ਉਹ ਇਸ ਚੀਜ਼ ਤੋਂ ਨਹੀਂ ਡਰਦੇ। ਜੇ ਸਰਦਾਰ ਭਗਤ ਸਿੰਘ ਇਹ ਗੱਲ ਕਹਿੰਦੇ ਨਾ ਮੈਨੂੰ ਫਾਂਸੀ ਹੋ ਰਹੀ ਹੈ, ਤਾਂ ਉਹ ਤੁਸੀਂ ਗੱਲ ਕਰਾ ਸਕਦਾ। ਜੇ ਸਾਡੇ ਗੁਰੂ ਸਾਹਿਬਾਨ ਕਹਿੰਦੇ ਨਾ, ਗੁਰੂ ਗੋਬਿੰਦ ਸਿੰਘ ਜੀ ਇਹ ਗੱਲ ਕਹਿੰਦੇ ਕਿ ਮੈਂ ਕੀ ਲੈਣਾ ਲੋਕਾਂ ਤੋਂ, ਸਾਰਾ ਪਰਿਵਾਰ ਵਾਰਤਾ ਸੀਗਾ, ਉਹਨੇ ਸਾਰਾ ਪਰਿਵਾਰ ਵਾਰਤਾ ਸੀਗਾ, ਤਾਂ ਫਿਰ ਇਹ ਮੁਗਲਾਂ ਤੋਂ ਸਾਡਾ ਰੂਹ ਦੇ ਆਜ਼ਾਦ ਹੋ ਜਾਂਦਾ। ਹੁਣ ਜਿਹੜੇ ਮੁੱਦਿਆਂ ਦੀ ਮੈਂ ਗੱਲ ਕਰ ਰਿਹਾ ਪੰਜਾਬ ਪੁਲਿਸ ਦੀ, ਪੰਜਾਬ ਪੁਲਿਸ ਦਾ ਮੈਂ ਤੇ ਬਾਹਰਲਾ ਪਾਰਟੀ ਵੀ ਸਾਡੇ ਜਿਹੜੇ ਪੰਜਾਬ ਦੇ ਵਿੱਚ ਐਮਏ PhD ਇੰਨੇ ਨੌਜਵਾਨ ਪੜ੍ਹੇ ਫਿਰਦੇ ਨੇ ਕਿ ਉਹ ਸਾਡੇ ਪੰਜਾਬ ਦੇ ਪੰਜਾਬੀ ਨਹੀਂ ਕਰ ਸਕਦੇ। ਵੀ ਜਿਹੜੇ 250 ਬੰਦਾ ਦਾ ਭਾਰਤ ਨੇ ਭਰਤੀ ਕੀਤਾ ਸੀ, 50 ਬੰਦੇ ਤੂੰ ਕਿ ਨਹੀਂ ਮਾਰਨੀ ਬਾਈ, ਓਏ ਉਹ ਖੜ ਜਾਓ ਬਾਕੀ ਪਿੱਛੇ ਓਏ। ਮਾਰੋ
ਉਹ ਗੱਡੀ ਦੇ ਬਾਲੇ ਆਣੇ ਨੱਚੜ ਓਏ ਕੱਟ ਲਈ ਜਿੱਦਾਂ ਸਵਾਲਾਂ ਦਾ ਜਵਾਬ ਦੇ ਗਿਆ ਉਹ ਨਾਂਗਾ ਓਏ ਇਹ ਕੰਮ ਨਹੀਂ ਕਰਨਾ ਕਿਸੇ ਨੇ ਵੀ ਓਏ ਕੰਮ ਨਹੀਂ ਕਰਨਾ ਉਹ ਲੜਵਾਈ ਨਾ ਕਰੋ ਓਏ ਭਾਈ ਬਣ ਕੇ ਲੜਵਾਈ ਕਰਨੀ ਰੇਕਾ ਬੰਦੀ ਚੋਰੀ ਕਰਨ ਵਾਲਾ ਮੁਰਦਾਬਾਦ भाई जीप न तोड़ दी भाई बन के एक काम ना कर भाई बन के बड़े भाई वीरा बन के बड़े भाई खबरें कर दो मुर्दाबाद मुर्दाबाद सरकार मुर्दाबाद सरकार मुर्दाबाद पार्टी मुर्दाबाद चली सरकार मुर्दाबाद चली सरकार मुर्दाबाद चली सरकार झूठे नारे ਜ਼ਮੀਨਾਂ ਚੱਲਦੀਆਂ ਨੇ ਜਿਉਂਦੇ ਬਾਜ਼ਦੇ ਰਹੋ ਜ਼ਮੀਨਾਂ ਚੱਲਦੀਆਂ ਨੇ ਜਿਉਂਦੇ ਬਾਜ਼ਦੇ ਰਹੋ ਤੁਹਾਡਾ ਭਰਾ ਤੁਹਾਡੀ ਤਰ੍ਹਾਂ ਕੀ ਲੱਗਣ ਦਊਗਾ ਬੰਨਾ ਸਿੱਧੂ ਬੰਨਾ ਸਿੱਧੂ ਬੰਨਾ ਸਿੱਧੂ ਬੰਨਾ ਸਿੱਧੂ ਕਿ ਤੁਹਾਡਾ ਜ਼ਮੀਨਾਂ ਜਾਗ ਕੇ ਨਹੀਂ ਗਿਆ ਕਾਂਗਰਸ ਪਾਰਟੀ ਮੁਰਦਾਬਾਦ ਬੰਨਾ ਸਿੱਧੂ ਬੰਨਾ ਸਿੱਧੂ ਜਿੰਦਾਬਾਦ ਬੰਨਾ ਸਿੱਧੂ ਕਾਂਗਰਸ ਪਾਰਟੀ ਮੁਰਦਾਬਾਦ ਜਿਉਂਦੇ ਬਾਜ਼ਦੇ ਰਹੋ ਕੋਟ ਦਿਨਾਂ ਨੂੰ ਕਾਂਗਰਸ ਪਾਰਟੀ रोक ਇੱਥੇ ਖੜਾ ਰਹਿ ਰੋਕ ਇੱਥੇ ਖੜਾ ਲੋੜ ਨਹੀਂ ਯਾਰ ਬਸ ਓਏ ਜਿਹੜੇ ਲੋਕਾਂ ਲਈ ਲੜਦੇ ਨੇ ਰੁਕ ਜਾ ਵੀਰੇ ਵੱਡੇ ਭਾਈ ਰੁਕ ਜਾ ਲੋਕ ਰੁਕ ਜਾ ਯਾਰ ਤੈਨੂੰ ਕਹਿੰਦਾ ਰੁਕ ਜਾ ਯਾਰ ਲੋਕਾਂ ਤੋਂ ਵੱਡੀ ਤਾਕਤ ਕੋਈ ਨਹੀਂ ਆ ਖੜੇ ਨੇ ਮਰੀਆਂ ਜ਼ਮੀਰਾਂ ਜਾ ਵਾਲੇ ਭਗ ਜਾ ਯਾਰ ਹਾਂ ਇੱਥੇ ਖੜ ਜਾ ਯਾਰ ਕੋਈ ਦਿੱਕਤ ਨਹੀਂ ਚੰਨੀ ਸਰਕਾਰ ਮੁਰਦਾਬਾਦ ਬਹੁਤ ਬਹੁਤ ਧੰਨਵਾਦ
ਜਿਉਂਦੇ ਵਾਸਤੇ ਰਹੋ, ਰੱਬ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ। ਚਲੋ ਓਏ ਓਏ ਨਹੀਂ ਕੰਮ ਕਰਨਾ ਭਾਈ ਬਣੇ ਕਾਹਨੂੰ ਇਹ ਕੰਮ ਨਹੀਂ ਕਰਨਾ ਭਾਈ ਬਣੇ ਕਾਹਨੂੰ ਉਹ ਝੰਡਾ ਦੇ ਚੱਕ ਕੇ ਨਹੀਂ ਪੈਰ ਤੇ ਬਣਾ ਕਰ ਲੋ ਪੈਰ ਉਹਨੂੰ ਛੱਡ ਕੇ ਆਓ ਯਾਰ ਮੁੰਡੇ ਨੂੰ ਬਾਹਰ ਛੱਡ ਕੇ ਆਓ ਇਹਨੂੰ ਬਾਹਰ ਲੈ ਲੈ ਭਾਈ ਨੂੰ ਬੇਨਤੀ ਆ ਕਿ ਸਾਰੇ ਆਪੋ ਆਪਣੇ ਕੰਮਕਾਰ ਕਰ ਲਓ, ਪ੍ਰਸ਼ਾਸਨ ਦਾ ਤਾਂ ਸਾਥ ਦਿਓ, ਪ੍ਰਸ਼ਾਸਨ ਦੀ ਮਜਬੂਰੀ ਆ। ਸਾਰੀਆਂ ਮਾਵਾਂ ਦਾ, ਸਾਰੇ ਵੀਰਾਂ ਦਾ ਧੰਨਵਾਦ। ਆਪਣਾ ਫਰਜ਼ ਬਣਦਾ ਕਿ ਹੁਣ ਆਪੋ ਆਪਣੇ ਘਰਾਂ ਦੇ ਵਿੱਚ ਜਾ ਕੇ ਕੰਮਕਾਰ ਕਰ ਲਓ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਵੀ ਇੱਥੇ ਆਏ। ਪਰ ਚਲੋ ਬਾਈ ਮੇਰੀ ਗੱਲ ਮੰਨ ਲਓ, ਪ੍ਰਸ਼ਾਸਨ ਨੇ ਆਪਣਾ ਬਹੁਤ ਸਾਥ ਦਿੱਤਾ। ਮੇਰੇ ਪਾਸ ਪ੍ਰਸ਼ਾਸਨ ਨੇ ਆਪਣਾ ਬਹੁਤ ਸਾਥ ਦਿੱਤਾ ਤੇ ਤੁਸੀਂ ਜਾਓ ਹੁਣ ਸਾਰੇ ਜਣੇ। ਧੰਨਵਾਦ ਸਾਰਿਆਂ ਦਾ ਬਾਈ। ਅਸੀਂ ਇਹਦੇ ਕੋਲ ਬਹੁਤ ਸਾਰੇ ਮੁੱਦੇ ਵੀ ਲਾਏ ਗਏ ਸੀਗੇ। ਜਿਹੜੇ ਨਰਮੇ ਦੇ ਮੁਆਵਜ਼ੇ ਦੀ ਗੱਲ ਕਰੀ ਸੀਗੀ ਵੀ ਨਰਮੇ ਦਾ ਮੁਆਵਜ਼ਾ ਦੇਊਗਾ, ਇੱਕ ਕਰਕੇ ਸਾਡੇ ਖਾਤੇ 'ਚ ਨਹੀਂ ਆਇਆ। ਜੇਕਰ ਇੱਕ ਮਿੰਟ, ਜੇਕਰ ਨਰਮੇ ਦਾ ਮੁਆਵਜ਼ਾ ਨਹੀਂ ਦੇ ਸਕਦੇ ਸੀਗੇ ਤਾਂ